ਤੁਸੀਂ ਦੇਖ ਰਹੇ ਹੋ ਸਫ਼ਰ ਜ਼ਿੰਦਗੀ ਦਾ। ਆਪ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਜੀ ਆਇਆਂ ਨੂੰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਰਦਾਰ ਬਲਵੰਤ ਸਿੰਘ ਗਿੱਲ ਹੋਰਾਂ ਦੇ ਨਾਲ। ਇਹ ਕਿਸੇ ਕਿਸਮ ਦੀ ਵੀ ਜਾਣਕਾਰੀ ਦੇ ਮੁਹਤਾਜ ਨਹੀਂ ਹਨ, ਕਿਉਂਕਿ ਇਹਨਾਂ ਨੂੰ ਦੁਨੀਆ ਭਰ ਦੇ ਵਿੱਚ ਜਾਣਿਆ ਤੇ ਪਹਿਚਾਣਿਆ ਜਾਂਦਾ ਹੈ। ਪਹਿਲਾਂ ਤਾਂ ਇਹਨਾਂ ਨੂੰ ਵੈਲਕਮ ਕਰਦੇ ਹਾਂ। ਵੀਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਤੁਸੀਂ ਜਿਸ ਤਰ੍ਹਾਂ ਕਿ ਸਫ਼ਰ ਜ਼ਿੰਦਗੀ ਦਾ ਵਿੱਚ ਮੈਂ ਤੁਹਾਨੂੰ ਬੁਲਾਇਆ ਆ, ਤੁਹਾਡਾ ਜਿਹੜਾ ਸਫ਼ਰ ਜ਼ਿੰਦਗੀ ਦਾ ਉਹਦੇ ਬਾਰੇ ਗੱਲਬਾਤ ਕਰਨੀ ਆ। ਤੁਸੀਂ ਕਿਹੜੇ ਸਾਲ ਦੇ ਵਿੱਚ ਕੈਨੇਡਾ ਆਏ, ਪਹਿਲਾਂ ਕਿਹੜੇ ਸ਼ਹਿਰ ਵਿੱਚ ਆਏ, ਕੀ ਕੰਮ ਕੀਤੇ, ਵਿਆਹ ਤੁਹਾਡਾ ਕਿੱਥੇ ਹੋਇਆ ਸੀ, ਇਹ ਜਾਣਕਾਰੀ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ। ਠੀਕ ਹੈ, ਸਭ ਤੋਂ ਪਹਿਲਾਂ ਤੁਹਾਡੇ ਸਰੋਤਿਆਂ ਨੂੰ ਫਤਿਹ ਬੁਲਾਵਾਂਗਾ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕੈਨੇਡਾ ਦੇ ਵਿੱਚ 1970 ਚ ਆਇਆ ਸੀ, ਜੂਨ 1970 ਦੇ ਵਿੱਚ। ਵਿਆਹ ਮੇਰਾ ਇੰਡੀਆ ਹੋ ਗਿਆ ਸੀਗਾ। ਅੱਛਾ ਜੀ। 10 ਦਸੰਬਰ 69 ਨੂੰ ਜੀ। ਤੇ ਥੋੜੇ ਚਿਰ ਬਾਅਦ ਵਿਆਹ ਤੋਂ ਮੈਂ ਇੱਧਰ ਆ ਗਿਆ ਸੀ। ਅੱਛਾ, 1 ਮਹੀਨੇ ਬਾਅਦ ਹੀ ਆ ਗਏ ਤੁਸੀਂ? ਨਹੀਂ, ਤਕਰੀਬਨ 6-7 ਮਹੀਨੇ। ਜੀ ਜੀ। ਤਾਂ ਇੱਥੇ ਵੈਨਕੂਵਰ ਆਇਆ ਸੀ ਮੈਂ। ਅੱਛਾ ਜੀ। ਆਪਣੇ ਕਜ਼ਨ ਦੇ ਪਾਸ ਮੇਰਾ ਮਸੇਜ ਸੀਗਾ ਉੱਥੇ, ਗੁਰਨਾਮ ਸਿੰਘ ਉੱਪਰ ਜੀ। ਉਹਦੇ ਕੋਲ ਆਇਆ ਸੀਗਾ। ਹਾਂਜੀ। ਤਾਂ ਮੈਂ ਪਿੱਛੋਂ ਬੈਕਗ੍ਰਾਉਂਡ ਮੇਰੀ ਸੀਗੀ ਹੈਵੀ ਡਿਊਟੀ ਮਕੈਨਿਕ ਦੀ ਤੇ ਹੈਵੀ ਡਿਊਟੀ ਆਪਰੇਟਰ ਦੀ, ਜਿਹੜੀ ਮਸ਼ੀਨਰੀ ਹੈ। ਹਾਂ ਹਾਂ। ਉਹਦੀ ਮੇਰੀ ਤਕਰੀਬਨ ਕੋਈ 10 ਸਾਲ ਦਾ ਸਫ਼ਰ ਸੀਗਾ ਮੇਰਾ, ਜਿੱਥੇ ਟ੍ਰੇਨਿੰਗ ਦਾ ਵੀ ਤੇ ਐਕਸਪੀਰੀਅੰਸ ਦਾ ਵੀ। ਹਾਂਜੀ। ਉਹ ਤਾਂ ਮੈਂ ਇੰਡੀਅਨ ਆਰਮੀ ਦੇ ਵਿੱਚ ਸੀਗਾ, ਇੰਜੀਨੀਅਰਸ ਦੇ ਵਿੱਚ। ਅੱਛਾ ਜੀ। ਉਹ ਤਾਂ ਮੈਂ ਕਾਲਜ ਆਫ ਮਿਲਟਰੀ ਇੰਜੀਨੀਅਰਿੰਗ ਤੋਂ ਪੁਣੇ ਤੋਂ, ਉਹ ਮੈਂ ਡਿਪਲੋਮਾ ਜਿਹੜਾ ਮੇਰਾ ਸੀਗਾ ਜੀ। ਉੱਥੋਂ ਸੀਗਾ। ਇੱਥੇ ਆ ਕੇ ਮੈਨੂੰ ਫਿਰ BCIT ਤੇ ਜਾਣਾ ਪਿਆ ਕਿ ਉਹਦੀ ਕਿਸੇ ਕੰਡੀਸ਼ਨ ਸੀ ਕਿ ਉਹ ਟੈਸਟ ਦੇ ਕੇ ਆ ਉੱਥੇ। ਹਾਂਜੀ। BCIT ਜਾ ਕੇ ਟੈਸਟ ਦਿੱਤਾ ਹੈਵੀ ਮਕੈਨਿਕ ਦਾ। ਹੂੰ। ਉਸ ਤੋਂ ਬਾਅਦ ਫਿਰ ਮੇਰਾ ਇਮੀਗ੍ਰੇਸ਼ਨ ਜਿਹੜਾ ਕਲੀਅਰ ਹੋ ਗਿਆ। ਅੱਛਾ, ਉਹ ਤੁਸੀਂ ਟੈਸਟ ਪਾਸ ਕਰ ਲਿਆ? ਟੈਸਟ ਪਾਸ ਕਰ ਲਿਆ। ਵੈਰੀ ਗੁੱਡ। ਹਾਂ ਹਾਂ। ਤਾਂ ਉਹਨਾਂ ਦਿਨਾਂ ਦੇ ਵਿੱਚ ਸਾਡੇ ਕਲਾਸ 22 ਬੰਦੇ ਸੀ, ਜਿਹਦੇ ਚ ਮੈਂ ਦੇਸੀ ਤਾਂ ਮੈਂ ਇਕੱਲਾ ਹੀ ਸੀਗਾ। ਅੱਛਾ ਜੀ। ਟੈਸਟ ਕਲੀਅਰ ਕਰਨ ਤੋਂ ਬਾਅਦ ਫਿਰ ਮੈਨੂੰ ਇਮੀਗ੍ਰੇਸ਼ਨ ਮਿਲ ਗਈ। ਉਸ ਤੋਂ ਬਾਅਦ ਫਿਰ ਮੈਂ ਕੰਮ ਤੇ ਲੱਗ ਗਿਆ। ਅੱਛਾ ਜੀ। ਮੇਰੀ ਪਹਿਲੀ ਜੌਬ ਸੀਗੀ ਵੈਨਕੂਵਰ ਆਈਲੈਂਡ ਦੇ ਵਿੱਚ, ਅੰਡਰਗਰਾਉਂਡ ਮਾਈਨ ਸੀਗੀ ਕਾਪਰ ਦੀ। ਅੱਛਾ ਜੀ। ਉੱਥੇ ਮੈਂ ਹੈਵੀ ਡਿਊਟੀ ਮਕੈਨਿਕ ਦਾ ਕੰਮ ਕਰਦਾ ਰਿਹਾ। ਪਹਿਲਾਂ ਫਿਆਲ ਨੂੰ ਮੂਵ ਹੋਣਾ ਪਿਆ? ਵੈਨਕੂਵਰ ਆਈਲੈਂਡ ਚ ਅੱਛਾ ਅੱਛਾ। ਪੋਰਟ ਮਕਨੀਅਲ ਸੀ, ਉੱਥੇ ਕਾਪਰ ਮਾਈਨ ਸੀਗੀ। ਹਾਂਜੀ। ਅੰਡਰਗਰਾਉਂਡ ਮਾਈਨ ਸੀ। ਹੂੰ। ਉੱਥੇ ਮੈਂ ਥੋੜਾ ਜਿਹਾ ਕੰਮ ਕੀਤਾ। ਉਸ ਤੋਂ ਬਾਅਦ ਮੈਂ ਪੋਰਟ ਹਾਰਡੀ ਆ ਗਿਆ, ਓਪਨ ਪਿਟ ਮਾਈਨ ਸੀਗੀ ਜੀ। ਉਹ ਵੀ ਕਾਪਰ ਦੀ ਮਾਈਨ ਸੀ। ਉੱਥੇ ਮੈਂ ਪਹਿਲਾਂ ਹੈਵੀ ਇਕਵਿਪਮੈਂਟ ਆਪਰੇਟਰ ਦਾ ਕੰਮ ਕੀਤਾ। ਹਾਂਜੀ। ਫਿਰ ਮੈਂ ਸ਼ਾਪ 'ਚ ਮੂਵ ਹੋ ਗਿਆ ਹੈਵੀ ਡਿਊਟੀ ਮਕੈਨਿਕ ਦਾ। ਉੱਥੇ ਮੈਂ ਲੀਡ ਹੈਂਡ ਬਣ ਗਿਆ। ਹੂੰ। ਫਿਰ 1974 ਦੇ ਵਿੱਚ ਮੈਂ ਉੱਥੋਂ ਜੌਬ ਛੱਡ ਕੇ ਹਾਂਜੀ। ਆਪਣੀ ਟਰੱਕਿੰਗ ਦੀ ਕੰਮ ਸ਼ੁਰੂ ਕਰ ਲਿਆ। ਮੈਂ ਸਰੀ 'ਚ ਆ ਗਿਆ ਸੀ। ਫਿਰ ਸਰੀ ਚ ਆ ਗਿਆ? ਠੀਕ ਹੈ। 1974 ਤੋਂ ਲੈ ਕੇ 2014 ਤੱਕ ਮੈਂ ਟਰੱਕਿੰਗ ਕੀਤੀ ਹੈ। ਜਿਹੜਾ ਤੁਹਾਡਾ ਉਹ ਐਕਸਪੀਰੀਅੰਸ ਸੀ ਮਾਈਨ ਦੇ ਵਿੱਚ, ਅੰਡਰਗਰਾਉਂਡ ਮਾਈਨ ਦੇ ਵਿੱਚ ਕੰਮ ਕਰਨਾ, ਉਹ ਕਿਹੋ ਜਿਹਾ ਸੀਗਾ? ਦੇਖੋ, ਜੋ ਪਹਿਲਾ ਚਾਂਸ ਸੀਗਾ ਉਹ ਅੰਡਰਗਰਾਉਂਡ ਮਾਈਨ ਦੇ ਵਿੱਚ ਤਾਂ ਕਦੇ ਕੰਮ ਕੀਤਾ ਨਹੀਂ ਸੀ। ਹਾਂ ਹਾਂ। ਸੋ ਉਹ ਵੀ ਇੱਕ ਬਹੁਤ ਗੁੱਡ ਐਕਸਪੀਰੀਅੰਸ ਸੀਗਾ। ਸੀ ਵੈਸੇ ਕਾਫੀ ਡਿਫਿਕਲਟ। ਹਾਂਜੀ। ਫਿਰ ਬਹੁਤ ਸਾਰੇ ਰਿਪੇਅਰਸ ਅੰਡਰਗਰਾਉਂਡ ਹੀ ਕਰਨੀ ਪੈਂਦੀ ਸੀ। ਅੱਛਾ ਜੀ। ਉੱਥੇ ਕਈ ਵਾਰੀ ਲਾਈਟ ਨਹੀਂ ਹੁੰਦੀ, ਰਫ ਲਾਈਟ ਨਹੀਂ ਹੁੰਦੀ, ਨਹੀਂ ਪੈਂਦਾ, ਕਈ ਵਾਰੀ ਪਾਣੀ ਜਾਂਦਾ ਥੱਲੇ ਦੀ ਵੇਚਦੀ ਹੈ ਸਾਰੀ। ਹਾਂਜੀ। ਵੈਸੇ ਸ਼ੌਪ ਵੀ ਸੀਗੀ ਸਾਡੀ ਅੰਡਰਗਰਾਉਂਡ ਇੱਕ ਬਾਹਰ ਸੀਗੀ। ਸੋ ਉੱਥੇ ਬੜਾ ਚਿਰ ਨਹੀਂ ਕੰਮ ਕੀਤਾ, ਸਾਲ 1.5 ਸਾਲ ਕੀਤਾ। ਹਾਂ ਹਾਂ। ਫਿਰ ਮੈਂ ਉੱਥੋਂ ਕੰਮ ਛੱਡ ਕੇ ਪੋਰਟ ਹਾਰਡੀ, ਉਹ ਵੀ ਕਾਪਰ ਮਾਈਨ ਸੀਗੀ, ਉਹ ਓਪਨ ਪਿਟ ਸੀ, ਅੱਛਾ ਜੀ। ਖੁੱਲੇ ਦੇ ਵਿੱਚ ਸੀਗੀ। ਫਿਰ ਮੈਂ ਉੱਥੇ ਕੰਮ ਕੀਤਾ 1974 ਤੱਕ। ਅੱਛਾ ਜੀ। ਫਿਰ ਮੈਂ ਉੱਥੇ ਛੱਡ ਕੇ ਤਾਂ ਸਰੀ ਆ ਗਿਆ। ਫਿਰ ਆਪਣਾ ਟਰੱਕਿੰਗ ਦਾ ਕੰਮ ਸ਼ੁਰੂ ਕਰ ਲਿਆ। ਕਰ ਲਿਆ। ਤਾਂ ਮੋਸਟਲੀ ਮੈਂ ਤਕਰੀਬਨ 40 ਸਾਲ ਟਰੱਕਿੰਗ ਕੀਤੀ ਹੈ। 40 2014 ਤੱਕ। ਬਿਲਕੁਲ। ਹਾਂਜੀ। ਹਾਂ ਹਾਂ। ਸੋ ਇਹ ਮੇਰਾ ਹੈਗਾ ਇੱਥੇ ਕੈਨੇਡਾ ਦਾ ਐਕਸਪੀਰੀਅੰਸ, ਵਰਕ ਐਕਸਪੀਰੀਅੰਸ ਜਿਹੜਾ। ਹਾਂਜੀ। ਤੇ 1974 ਚ ਅਸੀਂ ਇੱਥੇ ਮੂਵ ਆ ਗਏ। ਹਾਂਜੀ। ਤੇ ਫਿਰ ਭਾਬੀ ਜੀ ਉਹਨਾਂ ਨੂੰ ਕਦੋਂ ਬੁਲਾਇਆ ਇੱਥੇ? ਉਹ ਤੇ ਵੀ ਆ ਗਈ ਸੀ ਅਪ੍ਰੈਲ 74 ਦੇ 2 ਸਾਲ ਬਾਅਦ ਆ ਗਈ ਸੀ ਉਹ। ਠੀਕ ਹੈ। ਠੀਕ। ਹਾਂਜੀ। ਤੇ ਫਿਰ ਤੁਸੀਂ ਇੱਥੇ ਆਪਣਾ ਜਿਹੜਾ ਟਰੱਕਿੰਗ ਦਾ ਕੰਮ ਹੀ ਕਰਦੇ ਰਹੇ? ਹਾਂਜੀ, 1974 ਤੋਂ ਲੈ ਕੇ 2014 ਤੱਕ ਟਰੱਕਿੰਗ ਦਾ ਹੀ ਕੀਤਾ ਮੈਂ। ਟਰੱਕਿੰਗ ਦਾ ਹੀ ਕੀਤਾ। ਹਾਂਜੀ। ਹਾਂ ਹਾਂ। ਤੇ ਫਿਰ ਉਸ ਸਮੇਂ ਦੇ ਦੌਰਾਨ ਜਿਹੜੇ ਹੋਰ ਰਿਸ਼ਤੇਦਾਰ ਆ ਉਹ ਵੀ ਇੱਥੇ ਮੂਵ ਹੋਏ ਤੁਹਾਡੇ ਕੋਲ? ਉਹ ਤਾਂ ਫਿਰ ਸਭ ਤੋਂ ਪਹਿਲਾਂ ਮੈਂ ਇਕੱਲਾ ਆਇਆ ਸੀ ਆਪਣੇ ਪਰਿਵਾਰ ਚੋਂ। ਹਾਂਜੀ।
ਫਿਰ ਹੌਲੀ ਹੌਲੀ ਜਿਸ ਤਰ੍ਹਾਂ ਵੀ ਲਾ ਸੀਗੇ ਉਸ ਹਿਸਾਬ ਦਾ ਹੌਲੀ ਹੌਲੀ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ। ਕੋਈ ਆ ਗਿਆ, ਹਾਂ। ਨਵੇਂ ਬੰਦਾ ਸਪਾਂਸਰ ਕਰਨਾ, ਸੱਦਣਾ, ਸਾਂਭਣਾ, ਫਿਰ ਕੰਮਾਂ ਤੇ ਲਾਉਣਾ। ਹਾਂਜੀ ਇਹ ਬੜੀ ਲੰਮੀ ਸਟੋਰੀ ਹੈ। ਹਾਂਜੀ ਸਾਡਾ ਤਕਰੀਬਨ ਸਾਰਾ ਹੀ ਪਰਿਵਾਰ ਇੱਥੇ ਆ ਹੁਣ। ਜੀ ਜੀ ਉਹਨਾਂ ਸਾਰਿਆਂ ਨੂੰ ਘਰੇ ਰੱਖਣਾ ਸੱਦ ਕੇ, ਹਾਂਜੀ ਉਹਨਾਂ ਦੀ ਫਾਈਨੈਂਸ਼ੀਅਲੀ ਮਦਦ ਕਰਨੀ, ਜੀ ਕੰਮ ਭਾਲਣ ਦੀ ਮਦਦ ਕਰਨੀ, ਫਿਰ ਉਹਨੂੰ ਸੈੱਟ ਕਰਨਾ। ਹਾਂਜੀ। ਹੁਣ ਸਾਰੇ ਸੈੱਟ ਆਪਣੇ ਕਰੀ। ਉਸ ਵੇਲੇ ਜਾਣੀ ਕਿ ਇਹ ਹੁੰਦਾ ਸੀ ਜਿਹੜਾ ਪਹਿਲਾਂ ਗਿਆ ਆ ਉਹਦੇ ਕੋਲ ਆ ਜਾਣਾ ਸਾਰਿਆਂ ਨੇ, ਔਰ ਹਰ ਇੱਕ ਨੇ ਜਦੋਂ ਆਉਣਾ ਹੈ, ਉਹਨਾਂ ਨੂੰ ਰੋਟੀ ਪਾਣੀ ਦਾ ਵੀ ਇੰਤਜ਼ਾਮ ਕਰਕੇ ਦੇਣਾ, ਉਹਨਾਂ ਨੂੰ ਕੰਮ ਵੀ ਲੱਭ ਕੇ ਦੇਣਾ, ਉਹਨਾਂ ਨੂੰ ਸੈੱਟ ਹੋਣ ਵਿੱਚ ਜਿਵੇਂ ਤੁਸੀਂ ਕਿਹਾ ਆ ਮਦਦ ਕਰਨੀ। ਜਿਹੜਾ ਹੁਣ ਸਮਾਂ ਹੋ ਰਿਹਾ, ਹੁਣ ਤਾਂ ਸਿੱਧੇ ਹੀ ਜੀ ਆਉਂਦੇ ਆ, ਉੱਥੋਂ ਹੀ ਸਾਰਾ ਕੁਝ ਕੋਲ ਹੀ ਲੈ ਕੇ ਆਉਂਦੇ ਆ ਜੀ। ਤੇ ਉਹਨਾਂ ਦਿਨਾਂ ਵਿੱਚ ਫਿਰ ਤੁਸੀਂ ਇੱਥੇ ਸਰੀ ਦੇ ਵਿੱਚ ਜਦੋਂ ਮੂਵ ਹੋ ਗਏ, ਆਪਣਾ ਘਰ ਲੈ ਲਿਆ ਉਦੋਂ ਸਰੀ 'ਚ? ਨਹੀਂ, ਪਹਿਲਾਂ ਦੇਖੋ ਇੱਥੇ ਜਿਹੜੀ ਲਾਈਫ ਹੈ ਸ਼ੁਰੂ ਬੇਸਮੈਂਟ ਤੋਂ ਹੁੰਦੀ ਹੈ। ਬੇਸਮੈਂਟ ਤੋਂ, ਹਾਂਜੀ ਇੱਥੇ ਆ ਕੇ ਬੇਸਮੈਂਟ ਲਿਆ, ਫਿਰ ਹੌਲੀ ਹੌਲੀ ਜਿੰਨੇ ਵੀ ਆਏ ਨਵੇਂ ਇਮੀਗ੍ਰੈਂਟ, ਹਾਂਜੀ ਉਹਨਾਂ ਦੀ ਸਟਾਰਟਿੰਗ ਬੇਸਮੈਂਟ ਹੀ ਹੁੰਦੀ ਸੀ। Basement ਸਭ ਨੇ, ਅਸੀਂ ਵੀ ਬੇਸਮੈਂਟ 'ਚ ਰਹੇ ਹਾਂ। ਹਾਂਜੀ। ਜਿਹੜੇ ਨਵੇਂ ਆਉਂਦੇ ਉਹ ਵੀ ਬੇਸਮੈਂਟ ਰਹੇ। ਬੇਸਮੈਂਟ ਰਹਿਣ ਦੀ ਕੋਈ ਸ਼ਰਮ ਨਹੀਂ ਹੈ, ਨਹੀਂ, ਕਿਉਂਕਿ ਕੋਈ ਬਿਗਨਿੰਗ ਹੈ, ਸਟਾਰਟ ਇਹ ਫਾਊਂਡੇਸ਼ਨ ਹੈ ਇਸ ਲਾਈਫ ਦੀ, ਕੈਨੇਡੀਅਨ ਲਾਈਫ ਦੀ। ਹਾਂਜੀ ਬੇਸਮੈਂਟ ਤੋਂ ਸਟਾਰਟ ਹੁੰਦੀ ਹੈ। ਸੋ ਹੌਲੀ ਹੌਲੀ ਜਿਸ ਤਰ੍ਹਾਂ ਚਾਰ ਪੈਸੇ ਹੁੰਦੇ ਫਿਰ ਅਗਲੇ ਕਰ ਲੈ ਰਹਿੰਦੇ ਆ। ਹੁਣ ਤਾਂ ਘਰ ਬੜੇ ਐਕਸਪੈਂਸਿਵ ਹੋ ਗਏ। ਉਹਨਾਂ ਜ਼ਮਾਨੇ 'ਚ ਘਰ ਸਸਤੇ ਸੀਗੇ। ਸਸਤੇ ਸੀ, ਪਰ ਉਦੋਂ earning Wages ਵੀ ਬਹੁਤ low wages ਵੀ ਬਹੁਤ ਲੋ ਹੁੰਦੀਆਂ ਸੀਗੀਆਂ, ਪਰ ਇੱਕ ਦੂਸਰੇ ਦਾ ਸਹਾਰਾ ਜ਼ਰੂਰ ਬਣਦੇ ਸੀ ਲੋਕ। ਉਸ ਵੇਲੇ ਇਹ ਜ਼ਰੂਰ ਇੱਕ ਫਾਇਦਾ ਇਹ ਸੀਗਾ ਕਿ ਕੋਈ ਵੀ ਤੁਹਾਡੇ ਕੋਲ ਆ ਜਾਂਦਾ ਸੀ, ਜਿਹੜਾ ਵਿਜ਼ਟਰ ਆਉਂਦਾ ਸੀ, ਉਹਨੂੰ ਇਹ ਆਸ ਹੁੰਦੀ ਸੀ ਕਿ ਮੈਂ ਹੁਣ ਸੈੱਟ ਹੋ ਜਾਣਾ ਹੈ, ਨਹੀਂ ਮੈਨੂੰ ਇੱਕ ਬੇਸ ਮਿਲ ਗਿਆ ਹੈ, ਮੈਂ ਹੁਣ ਸੈੱਟ ਹੋ ਜਾਣਾ। ਦੇਖੋ ਇੱਕ ਵਸੀਲਾ ਹੁੰਦਾ ਹੈ, ਹਾਂਜੀ ਜਿਹਨੂੰ ਥੋੜਾ ਜਿਹਾ ਵਸੀਲਾ ਮਿਲਦਾ ਉਹ ਘਰੋਂ ਤਾਂ ਹੀ ਨਿਕਲਦਾ। ਜੀ ਤੇ ਹੁਣ ਤਾਂ ਵਸੀਲੇ ਦੀ ਲੋੜ ਨਹੀਂ, ਕਿ ਬਹੁਤ ਲੋਕੀ ਆ ਗਏ ਆਪਣੇ, ਹਰ ਇੱਕ ਪਰਿਵਾਰ ਦੇ ਮੈਂਬਰ ਇੱਥੇ ਬੈਠੇ ਆ ਕੈਨੇਡਾ ਅਮਰੀਕਾ ਦੇ ਵਿੱਚ। ਤੇ ਉਹਨਾਂ ਦਿਨਾਂ ਵਿੱਚ ਘਰ ਚੱਲਣਾ ਵੀ ਔਖਾ ਹੁੰਦਾ ਸੀ, ਹਾਂਜੀ। ਜੋ ਭਾਲਣੀ ਵੀ ਔਖੀ ਸੀਗਾ। ਜੇ ਕੋਈ ਵਸੀਲਾ ਤਾਂ ਬੰਦਾ ਸੌਖਾ ਸੈੱਟ ਹੋ ਜਾਂਦਾ ਸੀ। ਫਿਰ ਇੱਥੇ ਆ ਕੇ ਰੋਟੀ ਵੀ ਆਪ ਪਕਾਉਣੀ ਪੈਣੀ ਤੇ ਸਬਜ਼ੀ ਵੀ ਆਪ ਬਣਾਉਣੀ ਪੈਣੀ, ਉਹ ਸਭ ਤੋਂ ਔਖਾ ਕੰਮ ਮੇਰੇ ਖਿਆਲ ਲੱਗਾ ਹੋਣਾ। ਦੇਖੋ ਜੀ, ਇਹ ਤਾਂ ਕਰਨਾ ਹੀ ਪੈਂਦਾ, ਮੌਕੇ ਦੇ ਮੁਤਾਬਕ ਹੁੰਦਾ। ਕਦੇ ਰੋਟੀਆਂ ਪਕਾਈਆਂ ਨਹੀਂ ਸੀ ਇੰਡੀਆ, ਤਾਂ ਲਾ ਕੇ ਦਾਲ ਸਬਜ਼ੀ ਬਣਾਈ ਸੀ। ਇੱਥੇ ਆ ਕੇ ਸਾਰਾ ਕੁਝ ਕਰਨਾ ਪੈਂਦਾ, ਕੀਤਾ ਆਪਣੇ ਹੱਥੀਂ ਕੀਤਾ। ਬਿਲਕੁਲ ਜੀ, ਬਿਲਕੁਲ। ਹਾਂਜੀ। ਤੇ ਬੱਚੀਆਂ ਇੱਥੇ ਪੈਦਾ ਹੋਈਆਂ? ਮੇਰੇ ਬੱਚੇ ਚਾਰੇ ਇੱਥੇ ਸਰੀ ਜੀ ਬੋਰਨ ਹੋਏ। ਤਿੰਨ ਬੇਟੀਆਂ, ਮੇਰੀ ਇੱਕ ਬੇਟਾ। ਹਾਂਜੀ। ਤੇ ਹਾਂਜੀ, ਸਾਰੇ ਇੱਥੇ ਹੀ ਮਤਲਬ ਸੈਟਲ ਨੇ। ਸਰੀ ਦੇ ਬੈਠ ਸਰੀ ਜੀ ਰਹਿੰਦੇ ਆ ਸਾਰੇ। ਸਰੀ ਚ ਹੀ ਰਹਿੰਦੇ ਆ, ਹਾਂਜੀ। ਤੇ ਉਹਦੇ ਨਾਲ ਨਾਲ ਤੁਸੀਂ ਜਿਹੜਾ ਟਰੱਕਿੰਗ ਦਾ ਕੰਮ ਕਰਦੇ ਤੇ ਭਾਬੀ ਜੀ ਕੀ ਕੰਮ ਕਰਦੇ ਸੀ ਫਿਰ? ਕਈ ਕੰਮ ਕੀਤੇ, ਨਵੇਂ ਬੰਦੇ ਲਈ ਤਾਂ ਥੋੜਾ ਮੁਸ਼ਕਲ ਹੋ ਜਾਂਦਾ ਕੰਮ, ਕਿਉਂਕਿ ਸਕਿੱਲ ਨਹੀਂ ਸੀ ਕੋਈ। ਹਾਂਜੀ। ਫਿਰ ਛੋਟੇ ਛੋਟੇ ਜੌਬ ਵੀ ਕੀਤੇ ਆ, ਫਿਸ਼ ਕੈਂਡੀ 'ਚ ਵੀ ਕੀਤੇ ਆ, ਰੈਸਟੋਰੈਂਟ ਵੀ ਕੀਤਾ, ਬੱਚੇ ਪਾਲੇ ਆ। ਉਹਨਾਂ ਦੀ ਵੀ ਦੇਖਭਾਲ ਕਰਦੇ ਰਹੇ, ਪਾਲ ਕਾਫੀ ਚਿਰ ਹੋਟਲ 'ਚ ਕੰਮ ਕੀਤਾ, ਡਿਸ਼ਵਾਸ਼ਰ ਦਾ ਕੀਤਾ, ਹੋਰ ਕਈ ਕੰਮ ਕੀਤੇ ਹੋਟਲਾਂ 'ਚ। ਹਾਂਜੀ ਹਾਂਜੀ। ਤੇ ਪਿਕਸ ਵੀ ਕੰਮ ਕਰਦੀ, ਪਿਕਸ ਦੇ ਵਿੱਚ ਕਾਫੀ, ਹਾਂਜੀ, ਕਿਚਨ ਦੇ ਵਿੱਚ। ਤੇ ਇਹ ਕਿਉਂਕਿ ਤੁਸੀਂ ਦੱਸਿਆ ਕਿ ਇੱਕ ਬਹੁਤ ਲੰਮੀ ਕਹਾਣੀ ਆ ਇਹ, ਜਦੋਂ ਇੱਥੇ ਆ ਕੇ ਸੈਟਲ ਹੋਣਾ। ਹਾਂਜੀ, ਜਦੋਂ ਇੱਥੇ ਆ ਕੇ ਸੈਟਲ ਹੋ ਗਏ, ਜਦੋਂ ਤੁਸੀਂ ਆਏ ਆ 1970 ਦੇ ਵਿੱਚ, ਤੁਸੀਂ ਆਇਲੈਂਡ ਤੇ ਚਲੇ ਗਏ, ਉੱਥੇ ਮਾਈਨ ਜਿਹੜੀ ਸੀ ਅੰਡਰਗਰਾਊਂਡ ਸੀ, ਉੱਥੇ ਕੰਮ ਕੀਤਾ। ਫਿਰ ਇੱਕ ਮਾਈਨ ਜਿਹੜੀ ਬਾਹਰ, ਉੱਥੇ ਵੀ ਕੰਮ ਕੀਤਾ। ਉਸ ਤੋਂ ਬਾਅਦ ਵਿੱਚ ਤੁਸੀਂ ਜਿਹੜੇ ਕੰਮ ਕੀਤੇ ਨੇ, ਉਹਨਾਂ ਬਾਰੇ ਆਪਾਂ ਵਾਪਸ ਆ ਕੇ ਗੱਲ ਕਰਦੇ ਹਾਂ। ਲੈ ਲਈਏ ਇੱਕ ਬ੍ਰੇਕ, ਅਸੀਂ ਹੁਣੇ ਗਏ ਤੇ ਹੁਣੇ ਵਾਪਸ ਆਏ ਜੀ। ਇੱਕ ਵਾਰੀ ਫਿਰ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਗੱਲਬਾਤ ਕਰ ਰਹੇ ਹਾਂ ਸਰਦਾਰ ਬਲਵੰਤ ਸਿੰਘ ਗਿੱਲ ਹੋਰਾਂ ਦੇ ਨਾਲ, ਸਫ਼ਰ ਜ਼ਿੰਦਗੀ ਦਾ। ਇਹਨਾਂ ਦਾ ਕਿੱਥੋਂ ਸ਼ੁਰੂ ਹੋਇਆ, ਤੇ ਜਦੋਂ ਤੋਂ ਮੈਂ ਇਹਨਾਂ ਨੂੰ ਜਾਣਦੀ ਹਾਂ, ਮੈਂ ਇਹਨਾਂ ਨੂੰ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋਏ ਦੇਖਿਆ। ਮੈਂ ਬਹੁਤ ਹਰ ਵੇਲੇ ਤਤਪਰ ਰਹਿਣਾ, ਤੇ ਹਰ ਜਿਹੜੀ ਗੱਲਬਾਤ ਹੈ ਤਰਕ ਦੇ ਨਾਲ ਕਰਨੀ, ਤੇ ਆਪਣਾ ਸਟੈਂਡ ਪੂਰਾ ਲੈਣਾ, ਉਹ ਮੈਂ ਦੇਖਿਆ ਤੇ ਬਲਵੰਤ ਸਿੰਘ ਗਿੱਲ ਹੋਰਾਂ ਦੇ ਵਿੱਚ ਦੇਖਿਆ। ਬਾਈ ਜੀ, ਤੁਸੀਂ ਫਿਰ ਜਦੋਂ ਗੁਰੂ ਘਰ ਦੀ ਜਿਹੜੀ ਇਹ ਵੀ ਇੱਕ ਕਹਿੰਦੇ ਪੋਲੀਟੀਸ਼ੀਅਨਸ ਵਾਲੀ ਗੱਲ ਹੁੰਦੀ ਆ, ਇਸ ਪੋਲੀਟਿਕਸ ਦੇ ਵਿੱਚ ਆਏ, ਤੁਹਾਡਾ ਕਿਵੇਂ ਮਨ ਬਣਿਆ ਕਿ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਹੈ? ਦੇਖੋ, ਇਹ ਤਾਂ ਸਿੱਖ ਪਰਿਵਾਰ ਦੇ ਵਿੱਚ ਪੜ੍ਹੇ ਸੀ, ਜੰਮੇ ਪੜ੍ਹੇ ਸੀ। ਖਾਲਸਾ ਸਕੂਲ ਦੇ ਵਿੱਚ ਐਜੂਕੇਸ਼ਨ ਲਈ ਜੀ। ਧਾਰਮਿਕ ਰੁਚੀ ਸੀਗੀ ਪਹਿਲਾਂ ਤੋਂ। ਪੇਰੈਂਟਸ ਜਿਹੜੇ ਸੀ ਉਹ ਵੀ ਅੰਮ੍ਰਿਤਧਾਰੀ ਸੀ ਦੋਨੇ।
ਸੋ ਇਸ ਧਾਰਮਿਕ ਖਿਆਲਾਂ ਦੇ ਸੀਗੇ, ਮਨ ਦੇ ਵਿੱਚ ਕਾਫੀ ਸਤਿਕਾਰ ਸੀਗਾ ਗੁਰੂ ਗ੍ਰੰਥ ਸਾਹਿਬ ਦਾ, ਸਿੱਖ ਧਰਮ ਦਾ। ਥੋੜ੍ਹੀ ਬਹੁਤੀ ਸਟੱਡੀ ਵੀ ਕੀਤੀ ਸੀ ਸਿੱਖ ਧਰਮ ਬਾਰੇ। ਤੇ ਜਦ ਮੈਂ ਸਦੀ ਦੇ ਵਿੱਚ ਮੂਵ ਹੋਇਆ, ਉਦੋਂ ਗੁਰਦੁਆਰਾ ਛੋਟਾ ਜਿਹਾ ਹੁੰਦਾ ਸੀ ਡੈਲਟਾ ਦੇ ਵਿੱਚ। ਹਾਂਜੀ। ਸ਼ੁਰੂ ਕੀਤਾ ਗੁਰਦੁਆਰੇ ਆਉਣਾ ਜਾਣਾ, ਉੱਥੇ ਵਾਕਫੀਤ ਹੋ ਗਈ, ਹੌਲੀ ਹੌਲੀ ਮੇਲ ਮਿਲਾਪ ਹੁੰਦਾ। ਫਿਰ ਗੁਰਦੁਆਰੇ ਵੀ ਥੋੜ੍ਹੀ ਬਹੁਤ ਸੇਵਾ ਵੀ ਕਰਨ ਲੱਗੇ ਜਾ ਕੇ। ਜਦ ਫਿਰ ਨਵਾਂ ਗੁਰਦੁਆਰਾ ਸਾਹਿਬ ਬਣਨ ਲਈ ਉਪਰਾਲੇ ਕੀਤੇ ਜਾ ਰਹੇ ਸੀ, ਉਗਰਾਹੀਆਂ ਵਗੈਰਾ ਕਰਨੀਆਂ ਹੁੰਦੀਆਂ ਸੀ, ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ। ਹਾਂਜੀ। ਹਰੇਕ ਵੀਕਐਂਡ ਤੇ ਉਗਰਾਹੀ ਕਰਨ ਜਾਂਦੇ ਹੁੰਦੇ ਸੀ ਅਸੀਂ। ਗਰੁੱਪ ਬਣਾਏ ਸੀ ਅਲੱਗ-ਅਲੱਗ ਜੀ। ਪਰ ਸਾਡਾ ਜਿਹੜਾ ਗਰੁੱਪ ਸੀਗਾ ਉਹ ਬਿਜ਼ਨਸਮੈਨਾਂ ਕੋਲ ਜਾਣਾ, ਟਰੱਕਰ ਲੋਕ ਸੀ ਉਹਨਾਂ ਕੋਲ ਜਾਣਾ, ਟੈਕਸੀ ਵਾਲੇ ਕੋਲ ਜਾਣਾ। ਅਸੀਂ ਤਕਰੀਬਨ ਸਾਡੀ ਟੀਮ ਸੀ ਜਿਹੜੀ, ਅਸੀਂ ਹਰੇਕ ਵੀਕਐਂਡ ਤੇ $10,000 ਇਕੱਠਾ ਕਰਕੇ ਲਿਆਉਂਦੇ ਸੀ। ਕਿਉਂਕਿ ਮੈਂ 74 ਸ਼ੁਰੂ ਕੀਤੇ ਟਰੱਕ, ਉਦੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਨਵੇਂ ਟਰੱਕ ਲੈ ਲਏ। ਹਾਂਜੀ। ਮੇਰੀ ਤਕਰੀਬਨ ਸਾਰੇ ਟਰੱਕਰ ਦੇ ਨਾਲ ਵਾਕਫੀ ਸੀਗੀ, ਸਾਰੇ ਮੈਨੂੰ ਜਾਣਦੇ ਸੀ। ਅਸੀਂ ਟਰੱਕਰਸ ਨੂੰ $500 ਉਗਰਾਹੀ ਲਾਈ ਸੀ। ਅੱਛਾ ਜੀ। ਜੇ ਕੋਈ ਇੱਕ ਟਰੱਕ ਹੈ 500, ਜੇ ਕੋਈ 2 ਹੈ 1000, ਜੇ ਕੋਈ 3 ਹੈ 1500। ਸਾਰੇ ਲੋਡਮੈਂਟ ਦੇ ਵਿੱਚ ਅਸੀਂ ਉਗਰਾਹੀ ਕਰਦੇ ਨੇ। ਹਾਂਜੀ। ਲੋਕਾਂ ਨੇ ਬੜੇ ਖੁਸ਼ ਹੋ ਕੇ ਹੱਸ ਕੇ ਸਾਨੂੰ ਉਗਰਾਹੀਆਂ ਦੇਣੀਆਂ। ਦੇਣੀ। ਹਾਂਜੀ। ਔਰ ਬਹੁਤ ਸਾਰੇ ਲੋਕਾਂ ਨੇ ਫੋਨ ਕਰ ਕਰਕੇ ਸੱਦਾ ਵੀ ਸਾਡੇ ਕੋਲ ਨਹੀਂ ਆਏ, ਸਾਡੇ ਕੋਲ ਕਦੋਂ ਪਹੁੰਚੋਗੇ। ਹਾਂਜੀ। ਸੋ ਕਾਫੀ ਅਸੀਂ ਜਿਹੜੀ ਟਰੱਕਰ ਦੀ ਜਿਹੜੀ ਸੀਗੀ ਸਾਡੀ ਕਮਿਊਨਿਟੀ, ਟੈਕਸੀਆਂ ਬਾਰੇ ਉਹਨੇ ਬਹੁਤ ਮਦਦ ਕੀਤੀ ਹੈ। ਔਰ ਇਹਨਾਂ ਕੀ ਗੁਰਦੁਆਰਾ 1981 ਦੇ ਵਿੱਚ ਇਹ ਬਿਲਡਿੰਗ ਜਿਹੜੀ ਕੰਪਲੀਟ ਹੋ ਕੇ ਇਹ ਗੁਰਦੁਆਰਾ ਇੱਥੇ ਸ਼ੁਰੂ ਕੀਤਾ ਹੈ। ਹਾਂਜੀ। ਸੋ ਉਹ ਤੋਂ ਗਾਹ ਨਾਲ ਦੀ ਨਾਲ ਹਮੇਸ਼ਾ ਹੀ ਜਿਹੜੇ ਗੁਰੂ ਘਰ ਦੇ ਪ੍ਰੋਗਰਾਮ ਸੀਗੇ, ਹਾਂਜੀ, ਜੋ ਕਿ ਸੇਵਾ ਸੀ ਜਿਹੜੀ ਵੇਤਨ ਤੱਕ ਮੁਕੰਦੇ ਰਹੇ। ਪਰ ਕਦੇ ਵੀ ਕਮੇਟੀ ਚ ਆਉਣ ਦੀ ਮਨਸ਼ਾ ਨਹੀਂ ਸੀ, ਔਰ ਨਾ ਹੀ ਕਦੇ ਇਸ ਗੱਲ ਦੀ ਖਾਸ ਜ਼ਾਹਰ ਕੀਤੀ ਹੈ ਕਮੇਟੀ ਚ ਵੀ ਆਉਣ। ਪਰ ਮੁੜ ਕੇ ਸਿਚੁਏਸ਼ਨ ਐਸੀ ਬਣ ਗਈ, ਸਮੇਂ ਨੇ ਮਜਬੂਰ ਕੀਤਾ ਔਰ ਕੁਛ ਪ੍ਰੈਸ਼ਰ ਸੀਗਾ ਸੰਗਤ ਦਾ ਵੀ ਜ਼ਰੂਰ ਤੁਸੀਂ ਸੇਵਾ ਕਰੋ ਥੋੜੀ ਬਹੁਤੀ। ਹਾਂਜੀ। ਫਿਰ ਇਸ ਪਾਸੇ ਆਏ। ਹਾਂਜੀ, ਮੈਨੂੰ ਵੀ ਯਾਦ ਹੈ ਬਾਬਾ ਜੀ ਹਰਚੰਦ ਸਿੰਘ ਗਿੱਲ ਜਿਸ ਵੇਲੇ ਮਤਲਬ ਪਹਿਲਾਂ ਪ੍ਰਧਾਨ ਸੀ ਤੇ ਕੁਛ ਹੀ ਮਹੀਨਿਆਂ ਬਾਅਦ ਉਹਨਾਂ ਨੇ ਤੁਹਾਨੂੰ ਅਪਰੋਚ ਕੀਤੀ ਕਿ ਤੁਸੀਂ ਸੰਭਾਲੋ ਇਹ ਜਿਹੜਾ ਕੰਮ ਹੈ, ਮੇਰੇ ਵੱਸੋਂ ਬਾਹਰ ਹੈ। ਮੈਨੂੰ ਅੱਜ ਤੱਕ ਉਹ ਗੱਲ ਯਾਦ ਹੈ। ਉਸ ਵੇਲੇ ਤੁਸੀਂ ਤੇ ਤੁਹਾਡੀ ਸਾਰੀ ਹੀ ਟੀਮ ਨੇ ਬਹੁਤ ਮਿਹਨਤ ਦੇ ਨਾਲ ਇਸ ਗੁਰੂ ਘਰ ਦੇ ਵਿੱਚ ਕੰਮ ਕੀਤੇ। ਜਦੋਂ ਮੈਨੂੰ ਤੁਹਾਡੇ ਬਾਰੇ ਵਾਕਫੀਅਤ ਮਿਲੀ ਸੀਗੀ, ਉਹਨਾਂ ਹੀ ਦਿਨਾਂ ਦੀ ਗੱਲ ਹੈ ਜਦੋਂ ਕਿ ਬਾਬਾ ਜੀ ਹਰਚੰਦ ਸਿੰਘ ਗਿੱਲ ਹੋਰਾਂ ਨੇ ਤੁਹਾਨੂੰ ਅਪਰੋਚ ਕੀਤਾ। ਉਦੋਂ ਹੀ ਅਸੀਂ ਇੱਕ ਫੈਮਿਲੀ ਸਪੋਰਟ ਗਰੁੱਪ ਵੀ ਇੱਧਰੋਂ ਖੜਾ ਕੀਤਾ ਸੀ, ਜਿਹਦੇ ਵਿੱਚ ਮੈਂ ਖੁਦ ਵੀ ਇਨਵੋਲਵ ਸੀ ਤੇ ਉਹਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਨਵੇਂ ਆਏ ਪਰਿਵਾਰਾਂ ਦੀ, ਲੋੜਵੰਦਾਂ ਦੀ ਮਦਦ ਵੀ ਕਰਦੇ ਰਹੇ ਹਾਂ ਇਸ ਗੁਰੂ ਘਰ ਵੱਲੋਂ। ਹਾਂਜੀ, ਤੁਸੀਂ ਕਿੰਨੇ ਸਾਲ ਇੱਥੇ ਸੇਵਾ ਨਿਭਾਈ ਆ? ਹਾਂਜੀ, ਉਹਦੇ ਬਾਰੇ ਦੱਸੋ ਥੋੜਾ ਜਿਹਾ। ਦੇਖੋ, ਪਹਿਲੀ ਇਲੈਕਸ਼ਨ ਜਿਹੜੀ ਹੋਈ ਸੀਗੀ 10 ਸਾਲ ਬਾਅਦ। ਹਾਂਜੀ। ਕਿਉਂਕਿ ਜਿਹੜੀਆਂ ਪਹਿਲੀਆਂ ਕਮੇਟੀਆਂ ਸੀਗੀਆਂ ਉਹਨਾਂ ਨੇ 1985 ਦੇ ਵਿੱਚ ਜਿਹੜੇ ਨਵੇਂ ਸਿੰਘ ਆਏ ਸੀ ਇੰਡੀਆ ਤੋਂ, ਕੁਛ ਇੱਥੇ ਸੀ, ਉਹਨਾਂ ਨੂੰ ਗੁਰਦੁਆਰਾ ਸੰਭਾਲਤਾ ਸੀ। ਬਿਨਾਂ ਇਲੈਕਸ਼ਨ ਤੋਂ ਚਾਬੀਆਂ ਦੇ ਦਿੱਤੀਆਂ, ਤੁਸੀਂ ਚਲਾਓ। 10 ਸਾਲਾਂ ਨੂੰ ਚਲਾਇਆ ਆਪਣੀ ਮਰਜ਼ੀ ਦੇ ਨਾਲ। ਹਾਂਜੀ। ਔਰ ਕੁਝ ਲੋਕਾਂ ਦੇ, ਕਾਫੀ ਲੋਕਾਂ ਦੇ ਇਤਰਾਜ਼ ਸੀਗੇ ਵੀ ਇਹ ਜਿਹੜਾ ਅਕਾਊਂਟਸ ਵਗੈਰਾ ਦਾ ਦੱਸਦੇ ਨੇਗੇ, ਲੋਕਾਂ ਨਾਲ ਮਿਸਬੀਹੇਵ ਕਰਦੇ, ਗੁਰੂ ਦੇ ਵਿੱਚ ਸਲੂਕ ਚੰਗਾ ਨਹੀਂ ਕਰਦੇ, ਲੋਕਾਂ ਦੀ ਬੇਇੱਜ਼ਤੀ ਕਰਦੇ ਆ, ਵੀ ਇਹਨੂੰ ਕਿਸੇ ਤਰੀਕੇ ਨਾਲ ਇੱਥੋਂ ਚੇਂਜ ਕਰੋ। ਲੋਕਾਂ ਦੀ ਸਪੋਰਟ ਦੇ ਨਾਲ ਫਿਰ ਪਹਿਲੀ ਇਲੈਕਸ਼ਨ 10 ਸਾਲ ਬਾਅਦ ਹੋਈ ਸੀਗੀ 1995 ਦੇ ਵਿੱਚ ਦਸੰਬਰ 'ਚ। ਜਿਹੜੀ ਕਮੇਟੀ 96 ਤੇ 97 ਦੇ ਲਈ ਇਲੈਕਟ ਹੋਣੀ ਸੀ, ਉਸ ਕਮੇਟੀ ਦੇ ਵਿੱਚ ਮੈਨੂੰ ਵੀ ਫੋਰਸ ਕੀਤਾ ਇਹਨਾਂ ਨੇ ਕਿ ਤੂੰ ਵੀ ਆ। ਤਾਂ ਮੈਂ ਨਾ ਚਾਹੁੰਦਾ ਆਇਆ, ਫਿਰ ਮੈਨੂੰ ਮੀਤ ਪ੍ਰਧਾਨ ਇਹਨਾਂ ਨੇ ਉਸ ਸਲੇਟ 'ਚ ਪਾ ਲਿਆ ਸੀ। ਇਲੈਕਸ਼ਨ ਹੋ ਗਈ, ਉਸ ਸਲੇਟ ਜਿੱਤ ਗਈ। ਪਹਿਲੀ ਜਨਵਰੀ 1996 ਤੋਂ ਅਸੀਂ ਗੁਰਦੁਆਰਾ ਸਾਹਿਬ ਦਾ ਚਾਰਜ ਲੈ ਲਿਆ। ਸਰਦਾਰ ਹਰਚੰਦ ਸਿੰਘ ਗਿੱਲ ਪ੍ਰਧਾਨ ਸੀਗੇ, ਮੈਂ ਮੀਤ ਪ੍ਰਧਾਨ ਸੀ ਉਦੋਂ। ਕਮੇਟੀ ਚੇਂਜ ਹੋ ਗਈ। ਚੇਂਜ ਹੋਣ ਤੋਂ ਬਾਅਦ ਫਿਰ ਜਿਹੋ ਜਿਹੀ ਸੇਵਾ ਸੀ, ਜਿਹੜਾ ਟਾਈਮ ਸੀ, ਉਹ ਅਸੀਂ ਕਰਦੇ ਰਹੇ ਸੰਗਤ ਦੇ ਸਹਿਯੋਗ ਦੇ ਨਾਲ। ਜੇ ਮੈਂ ਗਲਤ ਨਾ ਹੋਵਾਂ, ਮੇਰਾ ਖਿਆਲ 10 ਕੁ ਮਹੀਨੇ ਹੋਏ ਸੀ ਇਸ ਕਮੇਟੀ ਨੂੰ ਚਾਰਜ ਲਿਆ।
ਜਿਸ ਵੇਲੇ ਬਾਬਾ ਜੀ ਨੇ ਦੀਵਾਨ ਹਾਲ ਦੇ ਵਿੱਚੋਂ ਸਟੇਜ ਤੋਂ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਅਸੀਂ ਇੰਨੇ ਕੁ ਮਹੀਨਿਆਂ ਵਿੱਚ ਇੰਨਾ ਜਿਹੜਾ ਕਰਜ਼ਾ ਉਹ ਉਤਾਰ ਦਿੱਤਾ ਆ, ਉਸ ਵੇਲੇ ਮੈਂ ਖੁਦ ਵੀ ਸੰਗਤ ਦੇ ਵਿੱਚ ਬੈਠੀ ਸਾਂ ਤੇ ਹੋਰ ਜਿਹੜੇ ਸੰਗਤ ਦੇ ਵਿੱਚ ਬੜੀ ਖਲਬਲੀ ਜਿਹੀ ਉਸ ਵੇਲੇ ਮਚ ਗਈ ਸੀਗੀ ਕਿ ਇਹਨਾਂ ਨੇ 10 ਮਹੀਨਿਆਂ ਵਿੱਚ ਇੰਨਾ ਕੁਝ ਕਰ ਦਿੱਤਾ, ਜਿਹੜੀ ਪਿਛਲੀਆਂ ਕਮੇਟੀਆਂ ਇੰਨਾ ਚਿਰ ਰਹਿ ਕੇ ਗਈਆਂ ਉਹਨਾਂ ਨੇ ਤਾਂ ਕੋਈ ਇਦਾਂ ਦਾ ਕੰਮ ਨਹੀਂ ਕੀਤਾ। ਉਹ ਕੀ ਕਰਦੇ ਰਹੇ, ਉਹ ਪੈਸੇ ਕਿੱਧਰ ਜਾਂਦੇ ਰਹੇ, ਉਸ ਵੇਲੇ ਬੜਾ ਰੌਲਾ ਜਿਹਾ ਪੈ ਗਿਆ ਸੀ। ਉਹ ਗੱਲ ਬਿਲਕੁਲ ਸਹੀ ਹੈ, ਕਿਉਂਕਿ ਕੁਝ BC ਗਵਰਨਮੈਂਟ ਤੋਂ ਗ੍ਰਾਂਟ ਮਿਲੀ ਸੀਗੀ, $1 ਮਿਲੀਅਨ ਦੀ ਗ੍ਰਾਂਟ ਸੀਗੀ। ਉਹ ਹਾਂਜੀ, ਜਿਹੜੀ ਪਹਿਲੀ ਕਮੇਟੀ ਸੀਗੀ ਸਾਥੋਂ 94-95 ਦੀ, ਉਹਨਾਂ ਨੇ ਉਹ ਗ੍ਰਾਂਟ ਮਨਜ਼ੂਰ ਕਰਵਾਈ ਸੀ। ਇੱਕ ਡਰਾ ਉਹਦਾ ਉਹ ਲੈ ਚੁੱਕੇ ਸੀ, ਜਿਹਦਾ ਕਿ ਉਹਨੇ ਸੀਨੀਅਰ ਸੈਂਟਰ ਤੇ ਵਰਤਿਆ, ਜਿਹੜੀ ਬਿਲਡਿੰਗ ਬਣੀ ਹੈ ਤੇ ਸੀਨੀਅਰ ਸੈਂਟਰ ਤੇ। ਹਾਂਜੀ, ਉਸ ਤੋਂ ਬਾਅਦ ਜਦ ਸਾਡੀ ਕਮੇਟੀ ਆਈ ਹੈ, ਅਸੀਂ ਅਗਲਾ ਡਰਾ ਮੰਗਦੇ ਸੀ BC ਗਵਰਨਮੈਂਟ ਤੋਂ। ਉਹ ਕਹਿੰਦੇ ਪਹਿਲਾ ਡਰਾ ਲਿਆ ਹੋਇਆ ਉਹਦੀ ਸਾਨੂੰ ਦਿਓ ਰਿਪੋਰਟ। ਜੀ, ਉਹ ਰਿਪੋਰਟ ਤਿਆਰ ਕਰਕੇ ਅਸੀਂ ਭੇਜੀ ਉਹਨਾਂ ਨੂੰ। ਫਿਰ ਸਾਨੂੰ ਇੱਕ ਡਰਾ ਮਿਲ ਗਿਆ ਸੀਗਾ 3.25 ਲੱਖ ਦਾ, BC ਗਵਰਨਮੈਂਟ ਉਸ ਗ੍ਰਾਂਟ ਦਾ ਹਿੱਸਾ ਸੀ। ਹਾਂਜੀ, ਤੇ ਕੁਝ ਜਿਹੜੀ ਸੇਵਿੰਗ ਸੀਗੀ ਗੁਰਦੁਆਰਾ ਸਾਹਿਬ ਦੀ, ਉਹ ਤਕਰੀਬਨ $9 ਲੱਖ ਇੱਕ ਸਾਲ ਦੇ ਵਿੱਚ ਅਸੀਂ ਸਾਰਾ ਕਰਜ਼ਾ ਗੁਰਦੁਆਰਾ ਸਾਹਿਬ ਦਾ ਲਾਤਾ ਸੀ। ਜੀ, ਉੱਥੋਂ ਵੀ ਲੋਕਾਂ ਦੇ ਹਰ ਇੱਕ ਦੇ ਮਨ ਦੇ ਵਿਚਾਰ ਆਉਂਦਾ ਸੀ ਵੀ ਇਹ ਕਮੇਟੀ ਇੱਕ ਸਾਲ 'ਚ ਇੰਨਾ ਕੰਮ ਕਰ ਸਕਦੀ ਹੈ। ਜਿਹੜੇ ਪਹਿਲੀਆਂ ਕਮੇਟੀਆਂ ਰਹੀਆਂ 10 ਸਾਲ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕੀ ਉਹਨਾਂ ਦੇ ਪੈਸੇ ਕਿੱਥੇ ਜਾਂਦੇ ਆ, ਕਿੱਥੇ ਖਰਚ ਕੀਤੇ। ਕਿਉਂਕਿ ਸਿਰਫ ਜਿਹੜੀ ਪੇਮੈਂਟ ਸੀਗੀ ਮੋਰਗੇ ਦੀ, ਉਹ ਹੀ ਜਾਂਦੀ ਹੁੰਦੀ ਸੀ। ਹਾਂਜੀ, ਬਾਕੀ ਕੋਈ ਕੰਮ ਹੋਰ ਗੁਰਦੁਆਰੇ ਤੇ ਨਹੀਂ ਹੋਇਆ। ਹਾਂਜੀ, ਸਾਡੇ ਉਸ ਕੰਮ ਨੂੰ ਦੇਖਦੇ ਸੰਗਤ ਬੜੀ ਖੁਸ਼ ਹੋਈ। ਬਹੁਤ ਸਾਰੇ ਲੋਕਾਂ ਦੇ ਕੁਐਸਚਨ ਵੀ ਸੀਗੇ, ਹਾਂਜੀ, ਜਿਹਦਾ ਆਨਸਰ ਸਾਡੇ ਕੋਲ ਕੋਈ ਨਹੀਂ ਸੀ। ਹਾਂਜੀ, ਅਸੀਂ ਸਿਰਫ ਦਿਖਾਇਆ ਉਹਨਾਂ ਨੂੰ ਇਮਾਨਦਾਰੀ ਨਾਲ ਕੰਮ ਕਰ ਰਹੇ ਸੰਗਤ ਨੂੰ ਵੀ ਕਿਸ ਤਰ੍ਹਾਂ ਮੈਨੇਜਮੈਂਟ ਹੁੰਦੀ ਹੈ, ਕਿਸ ਤਰ੍ਹਾਂ ਪੈਸੇ ਦੀ ਸਾਂਭ ਹੁੰਦੀ ਹੈ। ਸੋ ਇਸ ਤਰ੍ਹਾਂ ਉਹ ਸਿਲਸਿਲਾ ਜਿਹੜਾ ਚੱਲਦਾ ਰਿਹਾ। ਫਿਰ ਹਰਚੰਦ ਸਿੰਘ ਨੂੰ ਕੁਛ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਕੁਛ ਪ੍ਰੈਸ਼ਰ ਸੀ ਘਰੋਂ, ਉਹ ਕੈਰੀ ਉਹ ਨਹੀਂ ਸੀ ਕਰਨਾ ਚਾਹੁੰਦੇ। ਹਾਂਜੀ, ਉਹ ਸਾਰੀ ਜ਼ਿੰਮੇਵਾਰੀ ਉਹਨੇ ਮੇਰੇ ਸਿਰ ਤੇ ਪਾਤੀ, ਕਿਉਂਕਿ ਮੈਂ ਮੀਤ ਪ੍ਰਧਾਨ ਸੀ। ਹਾਂਜੀ, ਫਿਰ ਮੈਂ ਕਰਦਾ ਰਿਹਾ ਕੰਮ ਉੱਥੇ। ਹਾਂਜੀ, ਫਿਰ ਮੈਂ ਅਗਲੇ ਇਲੈਕਸ਼ਨ ਹੋਈ, ਇਲੈਕਸ਼ਨ ਪ੍ਰਧਾਨ ਬਣ ਗਿਆ। ਫਿਰ ਦੁਬਾਰੇ ਫਿਰ ਤੀਜੀ ਵਾਰ ਮੈਂ ਤਕਰੀਬਨ 12 ਸਾਲ ਉੱਥੇ ਸੇਵਾ ਕੀਤੀ ਹੈ, ਮੁੱਖ ਸੇਵਾਦਾਰ ਦੀ। ਹਾਂਜੀ, ਜੀ, ਤੇ 2 ਸਾਲ ਮੀਤ ਪ੍ਰਧਾਨ ਦੀ। ਜੀ, ਬਿਲਕੁਲ। ਤੇ 1 ਜਨਵਰੀ 2010 ਨੂੰ ਮੈਂ ਉੱਥੋਂ ਫਿਰ ਚਾਰਜ ਦੇ ਕੇ ਅਸੀਂ ਉੱਥੋਂ ਗੁਰਦੁਆਰੇ ਤੋਂ ਜੀ, ਤੇ ਹੁਣ ਜਿਹੜੇ ਮਤਲਬ ਤੁਸੀਂ ਕਿ ਹਾਲਾਂਕਿ ਉਸ ਸਮੇਂ 'ਤੇ ਵੀ ਤੁਸੀਂ ਬਹੁਤ ਜਿਹੜੀ ਆਪਣੀ ਕਮਿਊਨਿਟੀ ਦੀ ਹੈਲਪ ਕਰਦੇ ਰਹੇ ਹੋ, ਲੋੜਵੰਦਾਂ ਦੀ ਹੈਲਪ ਕਰਦੇ ਰਹੇ ਹੋ। ਮੈਨੂੰ ਇਹ ਵੀ ਯਾਦ ਹੈ ਕਿ ਮੇਰੇ ਰਾਹੀਂ ਬਹੁਤ ਸਾਰਾ ਜਿਹੜਾ ਰਾਸ਼ਨ ਪਾਣੀ ਹੁੰਦਾ ਸੀ ਉਹ ਫੂਡ ਬੈਂਕ ਨੂੰ ਪਹੁੰਚਦਾ ਕੀਤਾ ਜਾਂਦਾ ਸੀ। ਮੈਂ ਆਪਣੇ ਨਾਲ ਬਹੁਤ ਸਾਰੀਆਂ ਲੇਡੀਜ਼ ਨੂੰ ਉੱਥੇ ਲਾ ਕੇ ਉਹਨਾਂ ਦੀ ਦਾਲਾਂ ਦੀ ਪੈਕਿੰਗ ਕਰਵਾ ਕੇ ਤੇ ਅਸੀਂ ਉੱਥੇ ਦੇ ਕੇ ਆਉਂਦੇ ਸੀ, ਜਾਂ ਉਹਨਾਂ ਦੇ ਟਰੱਕ ਨੂੰ ਬੁਲਾਉਂਦੇ ਸੀ ਕਿ ਆਓ ਤੇ ਸਾਡੇ ਕੋਲੋਂ ਸਮਾਨ ਲੈ ਕੇ ਜਾਓ ਤੁਸੀਂ। ਇਸ ਤਰ੍ਹਾਂ ਵੀ ਤੁਸੀਂ ਕਰਦੇ ਰਹੇ ਹੋ। ਫਿਰ ਜਿਹੜੀ ਆਪਣੇ ਸੀ ਫੈਮਿਲੀ ਸਪੋਰਟ ਗਰੁੱਪ ਸੀ, ਉਹ ਵੀ ਬੜੇ ਸਾਲ ਚੱਲਿਆ, ਬਹੁਤ ਲੋਕਾਂ ਦੀ ਉੱਥੇ ਹੈਲਪ ਕੀਤੀ ਗਈ। ਹੁਣ ਜਿਸ ਗੁਰੂ ਘਰ ਦੇ ਵਿੱਚ ਤੁਸੀਂ ਇੱਥੇ ਹੁਣ ਅੱਜ ਕੱਲ੍ਹ ਮੌਜੂਦ ਹੋ, ਇੱਥੋਂ ਵੀ ਮੈਂ ਦੇਖਿਆ ਹੈ ਕਿ ਬਹੁਤ ਸਾਰੇ ਸੇਵਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ। ਥੋੜ੍ਹਾ ਦੱਸੋਗੇ ਪਹਿਲਾਂ ਤਾਂ ਇਸ ਗੁਰੂ ਘਰ ਦੇ ਜਿਹੜੇ ਪ੍ਰੋਗਰਾਮ ਨੇ ਉਹ ਕਿਹੋ ਜਿਹੇ ਨੇ? ਪਹਿਲਾਂ ਤਾਂ ਜਿਹੜਾ ਪੁਰਾਣਾ ਗੁਰੂ ਸੀ ਗੁਰੂ ਨਾਨਕ ਸਾਹਿਬ ਗੁਰਦੁਆਰਾ ਡੈਲਟਾ ਸਰੀ, ਉਹ ਇੱਕੋ ਗੁਰਦੁਆਰਾ ਹੁੰਦਾ ਸੀ ਦੋਨਾਂ ਮਿਊਨਿਸਪੈਲਿਟੀਜ਼ ਦੇ ਵਿੱਚ। ਹਾਂਜੀ, ਉਹ ਸੰਗਤੀ ਗੁਰਦੁਆਰਾ ਸੀ। ਸੰਗਤੀ ਗੁਰਦੁਆਰਾ ਸੀਗਾ। ਔਰ ਕਿਸੇ ਵੀ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਜ਼ਰੂਰਤ ਹੈ, ਕੋਈ ਉਹਨਾਂ ਨੂੰ ਹੈਲਪ ਚਾਹੀਦੀ, ਉਸੇ ਗੁਰਦੁਆਰੇ ਜਾਂਦੇ ਸੀ। ਹਾਂਜੀ, ਬਿਲਕੁਲ। ਉਸ ਟਾਈਮ ਤੇ ਸੰਗਤ ਨਹੀਂ ਹੋਣਾ, ਇੰਨੀ ਸੰਗਤ ਨਹੀਂ ਸੀ, ਥੋੜੀ ਸੰਗਤ, ਫਿਰ ਵੀ ਕਾਫੀ ਸੰਗਤ ਸੀਗੀ। ਉਸ ਗੁਰਦੇ ਸਾਹਿਬ ਦੇ ਟਨਾਂ ਦੇ ਹਿਸਾਬ ਨਾਲ ਅਸੀਂ ਫੂਡ ਬੈਂਕ ਨੂੰ ਹਰੇਕ ਸਾਲ ਦੇਣੇ। ਹਾਂਜੀ, ਫੂਡ ਉਹਨਾਂ ਦੇ ਕੇ ਆਉਣਾ, ਕੱਪੜੇ ਦੇਣੇ ਲੋੜਵੰਦਾਂ ਨੂੰ। ਇਹ ਫੈਮਿਲੀ ਸਪੋਰਟ ਕਮੇਟੀ ਤੁਸੀਂ ਗੱਲ ਕਰਦੇ ਹੋ, ਬਹੁਤ ਸਾਲ ਚੱਲਦੀ ਰਹੀ ਹੈ। ਹਾਂਜੀ, ਜਿਹੜੇ ਪਰਿਵਾਰਾਂ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਘਰੇ, ਖਾਸ ਕਰਕੇ ਵੂਮਨਸ ਨੂੰ, ਹਾਂਜੀ, ਉਹਨਾਂ ਨੂੰ ਹੈਂਡਲ ਕਰਨ ਲਈ ਫਿਰ ਲੇਡੀਜ਼ ਚਾਹੀਦੀਆਂ, ਤੇ ਉਹਦੇ ਲਈ ਕਮੇਟੀ ਤੁਸੀਂ ਕੰਮ ਕੀਤਾ। ਉਹ ਵੀ ਕਈ ਬੀਬੀਆਂ ਜੋ ਕੰਮ ਕਰਦੀਆਂ ਰਹੀਆਂ। ਜਿੰਨਾ ਚਿਰ ਅਸੀਂ ਰਹੇ ਹਾਂ ਉਹਨਾਂ ਦੀ ਕਮੇਟੀ ਵੀ ਚੱਲਦੀ ਰਹੀ। ਉਹ ਚੱਲਦੀ ਰਹੀ। ਹਾਂਜੀ, ਬਹੁਤ ਸਾਰੇ ਮੈਂਬਰਾਂ ਨੂੰ ਉੱਥੇ ਖਾਸ ਕਰਕੇ ਵੂਮਨਸ ਨੂੰ ਬਹੁਤ ਸਪੋਰਟ ਹੋਈ ਹੈ, ਸਪੋਰਟ ਮਿਲੀ। ਹਾਂਜੀ, ਬੱਚਿਆਂ ਨੂੰ ਬੜੀ ਸਪੋਰਟ ਸੀਗੀ ਉੱਥੋਂ, ਕਿਉਂਕਿ ਹਰ ਇੱਕ ਨੇ
ਅੱਗੇ ਖੁਆਇਸ਼ ਹੈ ਕਿ ਮੈਂ ਗੁਰਦੁਆਰੇ ਜਾ ਕੇ ਮਦਦ ਲਵਾਂ। ਬਿਲਕੁਲ ਇਹ ਇੱਕ ਵਸੀਲਾ ਹੁੰਦਾ ਹੈ ਕਮਿਊਨਿਟੀ ਦੇ ਵਿੱਚ। ਹਾਂਜੀ। ਹੁਣ ਤਾਂ ਗੁਰਦੁਆਰੇ ਬਹੁਤ ਬਣ ਗਏ, ਅਲੱਗ-ਅਲੱਗ ਬਣ ਗਏ ਗੁਰਦੁਆਰੇ। ਹੁਣ ਮਤਲਬ ਕਿ ਉਹ ਇੱਕੋ ਹੀ ਗੁਰਦੁਆਰਾ ਸੀ ਸਰੀ ਦੇ ਵਿੱਚ, ਜਿਹੜਾ ਕਿ ਸੰਗਤੀ ਗੁਰਦੁਆਰਾ ਸੀ, ਤੇ ਉਹ ਫਿਰ ਜਦੋਂ ਤੁਸੀਂ ਛੱਡਿਆ ਉਹ ਤੋਂ ਪਹਿਲਾਂ ਹੀ ਹੋਰ 3-4 ਗੁਰਦੁਆਰੇ ਬਣ ਚੁੱਕੇ ਸਨ। ਸਾਨੂੰ ਉਹਨਾਂ ਦੇ ਨਾਂ ਲੈਣ ਦੀ ਲੋੜ ਨਹੀਂ, ਸੰਗਤ ਜਾਣਦੀ ਹੈ, ਲੇਕਿਨ ਉਹ ਸੰਗਤੀ ਗੁਰਦੁਆਰੇ ਨਹੀਂ ਸਨ। ਜਦੋਂ ਉਹ ਉੱਥੋਂ ਮਤਲਬ ਕਿ ਇਹ ਕਹਿ ਲਓ ਵੀ ਨਿਕਲੇ ਨੇ ਜਾਂ ਕੱਢੇ ਗਏ ਨੇ ਜਾਂ ਕੁਝ ਵੀ ਉਹਨਾਂ ਨੇ, ਪਰ ਤੁਸੀਂ ਫਿਰ ਵੀ ਪਿੱਛੇ ਨਹੀਂ ਹਟੇ ਸੇਵਾ ਤੋਂ। ਇਹ ਮੈਂ ਇਹੀ ਜਾਣਨਾ ਚਾਹੁੰਦੀ ਹਾਂ। ਉੱਥੇ ਤਾਂ ਬਹੁਤ ਤੁਸੀਂ ਸੇਵਾ ਕੀਤੀ ਸੀ, ਪਰ ਫਿਰ ਵੀ ਤੁਹਾਨੂੰ ਦੇਖਿਆ ਗਿਆ ਹੈ ਟਾਈਮ ਟੂ ਟਾਈਮ, ਅਸੀਂ ਦੇਖਦੇ ਹਾਂ ਕਿਤੇ ਵੀ ਲੋੜ ਪੈ ਜਾਵੇ ਤੁਸੀਂ ਅੱਗੇ ਹੋ ਕੇ ਸੇਵਾ ਕਰਦੇ ਹੋ ਜੀ। ਦੇਖੋ ਜੀ, ਇੱਕ ਕਮਿਟਮੈਂਟ ਸੀਗੀ ਮੇਰੀ, ਹਾਂਜੀ। ਮੈਂ ਉਹ ਕਮਿਟਮੈਂਟ ਆਪਦੀ ਪੂਰੀ ਕੀਤੀ ਹੈ। ਔਰ ਹੁਣ ਮੈਂ ਉਧਰੋਂ ਜਿਹੜਾ ਉਹ ਗੁਰਦੁਆਰਾ ਹੈ ਉਹਦੀ ਕੋਈ ਗੱਲ ਹੋਰ ਸੀ, ਕਿਉਂਕਿ ਉੱਥੇ ਜਿੰਨੇ ਵੀ ਸੰਗਤ ਸੀ ਡਾਇਰੈਕਟਰ ਸਰੀ ਜੀ, ਹਰ ਇੱਕ ਨੂੰ ਬਰਾਬਰ ਦਾ ਹੱਕ ਸੀ ਜੀ, ਕੋਈ ਵੀ ਮੈਂਬਰ ਜਾ ਕੇ ਕਿਸੇ ਵੀ ਪੋਜੀਸ਼ਨ ਲਈ ਆਪਣੇ ਆਪ ਨੂੰ ਵਲੰਟੀਅਰ ਕਰ ਸਕਦਾ ਸੀਗਾ। ਜੀ, ਬਿਲਕੁਲ। ਸੰਗਤੀ ਗੁਰਦੁਆਰਾ ਸੀਗਾ। ਉਹ ਤੋਂ ਬਾਅਦ ਹੁਣ ਵੀ ਉਹ ਇੱਕੋ ਹੀ ਗੁਰਦੁਆਰਾ ਹੈ ਸਰੀ ਦੇ ਵਿੱਚ ਇੱਕ ਸੰਗਤੀ ਗੁਰਦੁਆਰਾ ਹੈ। ਬਾਕੀ ਸਾਰੇ ਜਿਹਨੇ ਗੁਰਦੁਆਰੇ ਸਾਰੇ ਪ੍ਰਾਈਵੇਟ। ਹਾਂਜੀ, ਹਾਂਜੀ, ਇਸ ਨੂੰ ਕੋਈ ਬੁਰਾ ਮਨਾਵੇ ਜਾਂ ਚੰਗਾ ਮਨਾਵੇ, ਇਸ ਗੱਲ ਦੀ ਮੈਨੂੰ ਕੋਈ ਕੇਅਰ ਨਹੀਂ ਹੈ। ਹਾਂਜੀ। ਬਸ ਸੰਗਤੀ ਗੁਰਦੁਆਰਾ ਸਿਰਫ ਇੱਕ ਹੀ ਸੰਗਤੀ ਗੁਰਦੁਆਰਾ ਹੈ, ਹਾਂਜੀ। ਗੁਰੂ ਨਾਨਕ ਸਿੰਘ ਗੁਰਦੁਆਰਾ ਡਾਇਰੈਕਟਰ ਸਰੀ। ਕਦੀ ਫੇਰ ਇਸ ਤਰ੍ਹਾਂ ਹੋ ਸਕੇਗਾ, ਤੁਹਾਨੂੰ ਲੱਗਦਾ ਵੀ ਕਦੀ ਮੌਕਾ ਆਏਗਾ ਸਾਡੀ ਲਾਈਫ ਦੇ ਵਿੱਚ ਕਿ ਅਸੀਂ ਉਹ ਸੰਗਤੀ ਗੁਰਦੁਆਰੇ ਵਿੱਚ ਫਿਰ ਵੀ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਹੁੰਦਿਆਂ ਅਸੀਂ ਉੱਥੇ ਹੁੰਦੇ ਸੀ, ਇਸ ਤਰ੍ਹਾਂ ਕਦੀ ਹੋ ਸਕੂਗਾ? ਕਿਉਂਕਿ ਹੁਣ ਜਿਹੜੇ ਹਾਲਾਤ ਨੇ ਉਹ ਸਾਨੂੰ ਵੀ ਮਜਬੂਰ ਕਰਦੇ ਨੇ ਕਿ ਉੱਥੇ ਕਈ ਤਰ੍ਹਾਂ ਦੀਆਂ, ਮੈਂ ਹੁਣ ਉਹਨਾਂ ਬਾਰੇ ਗੱਲ ਨਹੀਂ ਕਹਿ ਸਕਦੀ ਜਿਹੜੀ ਏਅਰ ਦੇ ਉੱਤੇ ਜਿਹੜੀਆਂ ਉੱਥੇ ਗਤੀਵਿਧੀਆਂ ਚੱਲ ਰਹੀਆਂ ਨੇ ਉਹਨਾਂ ਬਾਰੇ ਨਹੀਂ ਕਹਿ ਸਕਦੀ, ਕਿਉਂਕਿ ਜਦੋਂ ਵੀ ਅਸੀਂ ਕਿਸੇ ਗਤੀਵਿਧੀਆਂ ਬਾਰੇ ਗੱਲ ਕਰਨੀ ਹੁੰਦੀ ਹੈ ਸਾਡੇ ਸਾਹਮਣੇ ਪ੍ਰੂਫ ਪਏ ਹੋਣੇ ਬਹੁਤ ਜ਼ਰੂਰੀ ਹੁੰਦੇ ਨੇ। ਇਸ ਕਰਕੇ ਭਾਵੇਂ ਪ੍ਰੂਫ ਹੋਣ ਵੀ ਤੁਹਾਡੇ ਕੋਲ ਹੋ ਸਕਦਾ ਹੋਣ ਉਹ, ਪਰ ਕਦੀ ਇਸ ਤਰ੍ਹਾਂ ਹੋ ਸਕੇਗਾ, ਕਦੀ ਅਸੀਂ ਉਸ ਗੁਰੂ ਘਰ ਨੂੰ ਫਿਰ ਮੁੜ ਕੇ ਆਪਣਾ ਜਿਸ ਤਰ੍ਹਾਂ ਅਸੀਂ ਮੰਨਦੇ ਸੀ ਇਸ ਤਰ੍ਹਾਂ ਮੰਨ ਸਕਾਂਗੇ? ਦੇਖੋ, ਇਹ ਕੋਈ ਮੁਸ਼ਕਿਲ ਨਹੀਂ ਹੈ, ਹੋ ਸਕਦਾ ਚੇਂਜ ਆਉਂਦੀਆਂ, ਪਹਿਲਾਂ ਵੀ ਚੇਂਜ ਆਈਆਂ, ਹੁਣ ਵੀ ਚੇਂਜ ਆ ਸਕਦੀ ਹੈ। ਚੇਂਜ ਲਿਆਉਣੀ ਹੈ ਕਿ ਸੰਗਤ ਨੇ। ਹਾਂਜੀ। ਅਗਰ ਸੰਗਤ ਦਾ ਮਨ ਬਣ ਜਾਏ ਕਿ ਦੇਖੋ ਵੀ ਸੰਗਤੀ ਗੁਰਦੁਆਰਾ ਸਿਰਫ ਇੱਕੋ ਹੀ ਹੈ, ਵੀ ਕਿਉਂ ਨਾ ਅਸੀਂ ਇਸ ਗੁਰਦੁਆਰੇ ਦੁਬਾਰੇ ਫਿਰ ਮੈਂ ਤਾਂ ਇਹ ਕਹੂੰਗੀ ਬਹਾਲ ਕਰੀਏ ਜੀ। ਮਰਿਆਦਾ ਸਾਰਿਆਂ ਦੀ ਆਪਣੀ ਆਪਣੀ ਹੈ ਜੀ। ਉਹਨਾਂ ਉੱਥੇ ਕੋਈ ਹੋਰ ਮਰਿਆਦਾ ਪਹਿਲਾਂ ਕੁਝ ਹੋਰ ਸੀਗੀ, ਹਾਂਜੀ, ਬਾਕੀ ਗੁਰਦੁਆਰਿਆਂ 'ਚ ਹੋਰ ਆਪਣੀ ਆਪਣੀ ਹੈ ਜੀ। ਸੋ ਇਸ ਲਈ ਅਗਰ ਉਪਰਾਲਾ ਕਰੇ ਸੰਗਤ ਤਾਂ ਹਿੰਮਤ ਕਰਨ ਪ੍ਰਬੰਧਕ ਜਿਹੜੇ ਕਿ ਅੱਗੇ ਆਉਣਾ ਚਾਹੁੰਦੇ ਆ, ਅਸੀਂ ਵੀ ਨਾਲ ਰਲ ਕੇ ਉਹਨਾਂ ਦੀ ਥੋੜੀ ਬਹੁਤ ਸਹਾਇਤਾ ਕਰ ਸਕਦੇ ਹਾਂ। ਤੇ ਹੋ ਸਕਦਾ ਮਾਲਕ ਤੇ ਡਿਪੈਂਡ ਕਰਦਾ, ਉਸੇ ਨੇ ਕਰਾਉਣਾ। ਬਿਲਕੁਲ। ਹਾਂਜੀ, ਕਿਉਂਕਿ ਜਿਹੜੇ ਹੁਣ ਆਹ ਮੁਲਕ ਨੇ, ਠੰਡੇ ਮੁਲਕ ਨੇ, ਇੱਥੇ ਕਈ ਚੀਜ਼ਾਂ ਜਿਹੜੀਆਂ ਆ ਉਹਨਾਂ ਬਾਰੇ ਸਾਨੂੰ ਸੋਚਣਾ ਪੈ ਜਾਂਦਾ। ਪਿੱਛੇ ਜਿਹੇ ਕੁਛ ਹੀ ਹਫ਼ਤੇ ਹੋਏ ਨੇ ਮੈਨੂੰ ਇੱਕ ਫਰੇਜ਼ਰ ਵੈਲੀ ਦੇ ਵਿੱਚ ਜਾਣੀ ਕਿ ਐਬਸਫੋਰਡ ਵੱਲ ਇੱਕ ਗੁਰਦੁਆਰਾ ਸਾਹਿਬ ਜਾਣ ਦਾ ਮੌਕਾ ਮਿਲਿਆ। ਉਹ ਵੀ ਖਾਸ ਮੈਂ ਕੋਈ ਮੀਟਿੰਗ ਸੀ ਉਹਦੇ ਕਰਕੇ ਗਈ ਹੋਈ ਸਾਂ। ਜਦ ਮੈਂ ਉੱਥੇ ਦੇਖਿਆ ਸਿਆਣੀਆਂ ਸਾਡੀਆਂ ਬੀਬੀਆਂ ਬਿਲਕੁਲ ਨੰਗੇ ਪੈਰੀਂ ਠੰਡੇ ਫਰਸ਼ ਦੇ ਉੱਤੇ, ਉਹਨਾਂ ਨੂੰ ਜਦੋਂ ਤੁਰਨਾ ਪੈ ਰਿਹਾ ਸੀ ਤੇ ਉਹਨਾਂ ਨੇ ਮੇਰੇ ਨਾਲ ਵੀ ਗੱਲ ਕੀਤੀ ਕਿ ਸਾਨੂੰ ਤਾਂ ਰਬਰ ਦੀਆਂ ਚੱਪਲਾਂ ਵੀ ਨਹੀਂ ਪਾਉਣ ਦਿੰਦੇ ਤੇ ਜ਼ਮੀਨ ਤੇ ਬਹਿ ਕੇ ਅਸੀਂ ਲੰਗਰ ਛਕਦੇ, ਬਿਲਕੁਲ ਠੰਡਾ ਠਾਰ ਹੈ ਤੇ ਸਾਨੂੰ ਐਵੇਂ ਲੱਗਦਾ ਹੈ। ਉਸ ਤੋਂ ਬਾਅਦ ਦੇ ਵਿੱਚ ਆਪਣੇ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਕਿ ਜਿਹੜੇ ਮੌਸਮ ਦੇ ਨਾਲ ਬਹੁਤ ਸਾਰੇ ਜਿਹੜੇ ਰਸਤੇ ਬੰਦ ਹੋ ਗਏ ਸਨ, ਮਡ ਸਲਾਈਡਸ ਆਈਆਂ ਸੀ, ਉਹਨਾਂ ਦਿਨਾਂ ਦੀ ਗੱਲ ਹੈ। ਤੇ ਉਹਨਾਂ ਦਿਨਾਂ 'ਚ ਇੰਨੀ ਠੰਡ ਤੇ ਤਾਂ ਸੰਗਤ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਕੁਛ ਨਾ ਕੁਛ ਉਪਰਾਲੇ ਜ਼ਰੂਰ ਹੋਣੇ ਚਾਹੀਦੇ ਆ। ਮੈਂ ਵੀ ਇਸ ਗੱਲ ਨੂੰ ਮੰਨਦੀ ਹਾਂ, ਕਿਉਂਕਿ ਜਦੋਂ ਹੁਣ ਅਸੀਂ ਇੰਨੇ ਠੰਡੇ ਮੁਲਕ ਦੇ ਵਿੱਚ ਰਹਿੰਦੇ ਹਾਂ ਤੇ ਇੰਨੀ ਠੰਡੀ ਜਗ੍ਹਾ ਦੇ ਉੱਤੇ ਬੈਠਣਾ ਜਾਂ ਠੰਡੀ ਜਗ੍ਹਾ ਦੇ ਨੰਗੇ ਪੈਰੀ ਤੁਰਨਾ, ਹੋਰਾਂ ਦੇ ਜਰਮ ਜਿਹੜੇ ਆ ਤੁਹਾਡੇ ਪੈਰਾਂ ਨੂੰ ਲੱਗਦੇ, ਤੁਹਾਡੇ ਜਰਮ ਹੋਰਾਂ ਦੇ ਪੈਰਾਂ ਨੂੰ ਲੱਗਦੇ, ਫਿਰ ਉਸੇ ਤਰ੍ਹਾਂ ਦਰਬਾਰ ਹਾਲ 'ਚ ਜਾਂਦੇ ਨੇ। ਹਾਂਜੀ, ਉਹ ਜਰਮ ਤਾਂ ਨਾਲੋਂ ਨਾਲ ਲਈ ਫਿਰਦੇ ਨੇ। ਖੈਰ ਉਹਦੇ ਬਾਰੇ ਆਪਾਂ ਨਹੀਂ ਗੱਲ ਕਰਾਂਗੇ, ਪਰ ਆਪਾਂ ਜੇ ਇਸ ਗੁਰੂ ਘਰ ਦੇ ਵਿੱਚ ਹੋਣ ਹਾਂ, ਇੱਥੇ ਕਿਹੜੇ ਕਿਹੜੇ ਪ੍ਰੋਗਰਾਮ ਚੱਲਦੇ ਨੇ, ਕੀ ਇੱਥੇ ਸਹੂਲਤਾਂ ਜਿਹੜੀਆਂ ਜਿਵੇਂ ਕਿ ਪਹਿਲਾਂ ਆਪਾਂ ਉਹ ਫੈਮਿਲੀ ਸਪੋਰਟ ਗਰੁੱਪ ਦੀ ਤਰ੍ਹਾਂ ਸੀ, ਤੇ ਫਿਰ ਇੱਥੇ ਜਿਹੜੇ ਆਪਾਂ ਹੋਮਲੈਸ ਲੋਕ ਨੇ ਕਿ ਉਹਨਾਂ ਵਾਸਤੇ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ? ਕਿ ਤੁਹਾਡੇ ਕੋਲ ਸਟੂਡੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਜਿਹੜੇ ਲੋੜਵੰਦ ਨੇ? ਇਹ ਗੁਰਦੁਆਰਾ ਸਾਹਿਬ ਜਿਹੜਾ ਕਿ ਖਾਲਸਾ ਦੀਵਾਨ ਸੋਸਾਇਟੀ ਸਰੀ ਦੇ ਨਾਂ ਦੇ ਚੱਲਦਾ ਹੈ ਜੀ।
ਇਹ ਇੱਥੇ ਸਾਰੇ ਹੀ ਪ੍ਰੋਗਰਾਮ ਜਿਹੜੇ ਗੁਰਦੁਆਰਾ ਸਾਹਿਬ ਦੇ ਹੁੰਦੇ ਆ ਹਾਂਜੀ ਉਹ ਹੁੰਦੇ ਆ। ਇੱਕ ਹੋਣੀ ਚਾਹੀਦੀ ਜਿੱਥੇ ਸਵੇਰ ਦੇ ਪ੍ਰੋਗਰਾਮ ਦੇ ਨਿਤਨੇਮ ਹੁੰਦਾ ਹੈ, ਕੀਰਤਨ ਹੁੰਦਾ ਹੈ, ਹਾਂਜੀ ਕਥਾ ਕੀਰਤਨ ਇਸ ਤਰ੍ਹਾਂ ਸ਼ਾਮ ਨੂੰ ਹੁੰਦਾ ਹੈ, ਜੀ ਵਿਆਹ ਸ਼ਾਦੀਆਂ ਹੁੰਦੀਆਂ, ਮਰਗ ਦੇ ਭੋਗ ਹੁੰਦੇ ਆ, ਲੰਗਰ ਹੁੰਦੇ ਆ, ਕੀਰਤਨ ਹੁੰਦੇ ਆ, ਸੁਖਮਨੀ ਹੁੰਦੇ ਆ, ਇਹ ਸਾਰੇ ਪ੍ਰੋਗਰਾਮ ਹੁੰਦੇ ਆ। ਔਰ ਦੂਸਰੀ ਗੱਲ ਹੈ ਜਿਹੜੇ ਸੇਵਾ ਦਾ ਭਾਵਨਾ ਦੇ ਨਾਲ ਜਿਹੜੀ ਵੀ ਇੱਥੇ ਸੰਗਤ ਆਉਂਦੀ ਹੈ, ਜਿਸ ਤਰ੍ਹਾਂ ਸਟੂਡੈਂਟ ਦਾ ਬੜਾ ਰੌਲਾ ਪੈਂਦਾ ਹੈ। ਹਾਂਜੀ ਸਟੂਡੈਂਟ ਹੁੰਦੇ ਆ, ਪ੍ਰਸ਼ਾਦਾ ਛਕਦੇ ਆ, ਸੇਵਾ ਵੀ ਕਰਦੇ ਥੋੜੀ ਬਹੁਤੀ, ਜਿਹੜੇ ਆਉਂਦੇ ਅਸੀਂ ਕਿਸੇ ਨੂੰ ਰੋਕਦੇ ਨਹੀਂ। ਹਮ, ਪਰ ਜਿਹੜੇ ਕੋਵਿਡ ਦੇ ਰੂਲਸ ਆ ਉਹ ਅਸੀਂ ਫਾਲੋ ਕਰਦੇ ਆ, ਪਿੱਛੇ ਵੀ ਕੀਤੇ ਆ, ਹੁਣ ਵੀ ਫਾਲੋ ਕਰਦੇ ਆ, ਉਹ ਇਹਦੇ ਕਰਨੇ ਵੀ ਬਾਰੇ ਚਾਹੀਦੇ। ਆਪਾਂ ਹੋਰ ਵੀ ਗੱਲ ਕਰਨੀ ਆ, ਕੋਵਿਡ ਦੇ ਰੂਲ ਤੁਸੀਂ ਕਿਵੇਂ ਫੋਲੋ ਕਰਦੇ? ਲੈ ਲਈ ਇੱਕ ਛੋਟੀ ਜਿਹੀ ਬ੍ਰੇਕ, ਹੁਣੇ ਗਏ ਤੇ ਹੁਣੇ ਆਏ। ਇੱਕ ਵਾਰ ਫਿਰ ਜੀ ਆਇਆ ਕਹਿੰਦੇ ਆ ਜੀ। ਤੇ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਵੀ ਤੁਸੀਂ ਇਸ ਗੁਰੂ ਘਰ ਦੇ ਵਿੱਚ ਕੋਵਿਡ ਦੇ ਜਿੰਨੇ ਵੀ ਰੂਲ ਹੈਗੇ ਉਹਨੂੰ ਫੋਲੋ ਕਰਦੇ ਆ। ਪਹਿਲਾਂ ਪਿੱਛੇ ਇਹ ਹੋ ਗਿਆ ਸੀ ਕਿ ਕਿਸੇ ਵੀ ਫੰਕਸ਼ਨ ਦੇ ਵਿੱਚ ਕਿਸੇ ਕਿਸਮ ਦੇ ਵੀ ਜਿਹੜਾ ਚਾਹੇ ਪਾਠ ਹੈ ਚਾਹੇ ਵਿਆਹ ਸ਼ਾਦੀ ਹੈ 10 ਬੰਦਿਆਂ ਤੋਂ ਜ਼ਿਆਦਾ ਨਹੀਂ ਹੋ ਸਕਦੀ। ਇਸ ਨੂੰ ਇਸ ਤਰ੍ਹਾਂ ਹੀ ਫੋਲੋ ਕੀਤਾ ਗਿਆ। ਹਾਂਜੀ ਅਸੀਂ ਸਾਰੇ ਪ੍ਰੋਗਰਾਮ ਜਿਹੜੇ ਇਸੇ ਹਿਸਾਬ ਨਾਲ ਕਰਦੇ ਰਹੇ। ਵਿਆਹ ਵੀ ਕੀਤੇ, 10-10 ਬੰਦੇ ਆਉਂਦੇ ਰਹੇ, 5 ਉਧਰੋਂ 5 ਉਧਰੋਂ। ਹਾਂਜੀ ਬੇਸ਼ੱਕ ਉਹ ਸਾਡੀ ਕਮਿਊਨਿਟੀ ਦਾ ਜਿਹੜਾ ਰੁਝਾਨ ਹੈ ਉਹ ਵੱਡੇ ਵਿਆਹ ਕਰਨ 'ਚ ਹੈ, ਹਾਂਜੀ ਵੱਡੀ ਸੰਗਤ ਸੱਜਣੀ ਸ਼ੋਅ ਆਫ ਕਰਨਾ। ਪਰ ਜਿਹੜੇ 10 ਬੰਦੇ ਆ ਕੇ ਵਿਆਹ ਹੁੰਦੇ, ਮੈਂ ਸਮਝਦਾ ਸੀ ਇਹ ਬਹੁਤ ਵਧੀਆ ਕੰਮ ਬਹੁਤ ਹੋਇਆ। ਵਧੀਆ ਹੋਇਆ। ਇੱਕ ਤਾਂ ਖਰਚ ਭਜਦਾ ਲੋਕਾਂ ਦਾ, ਹਾਂਜੀ ਦੱਸੋ ਛੇਤੀ ਪ੍ਰੋਗਰਾਮ ਮੁੱਕ ਜਾਂਦੇ ਆ, ਗੁਰਦੁਆਰਿਆਂ ਨੂੰ ਵੀ ਈਜ਼ੀ ਹੈ। ਹਾਂਜੀ ਇਹਨਾਂ ਜ਼ਰੂਰ ਜਿਹੜਾ ਮਾਇਆ ਉਹਦੇ ਗੁਰਦਿਆਂ ਨੂੰ ਉਹਦਾ ਜ਼ਰੂਰ ਘਾਟਾ ਪਿਆ, ਜੀ ਪਰ ਉਹ ਆਫਤ ਸੀਗੀ ਕੁਦਰਤੀ ਜਿਹੜੀ ਹੈ। ਜੀ ਬਿਲਕੁਲ ਤੇ ਉਹਦੇ ਲਈ ਜੂਝਣਾ, ਉਹਦੇ ਲਈ ਫਾਲੋ ਕਰਨੇ ਜੋ ਹਰ ਇੱਕ ਬੰਦੇ ਦਾ ਫਰਜ਼ ਬਣਦਾ ਹੈ, ਹਾਂਜੀ ਉਹ ਕਰਨੇ ਚਾਹੀਦੇ ਵੀ। ਅਜੇ ਵੀ ਪੂਰੇ ਕਲੀਅਰ ਨਹੀਂ ਹੋਏ। ਹਾਂਜੀ ਉਹਨਾਂ ਨੇ ਓਪਨ ਕਰਤਾ ਜੀ ਵੀ ਆ ਸਕਦੇ ਜਿਹਨੇ, ਪਰ ਸਟਿਲ ਜੇ ਉਹਨੇ ਕੁਝ ਕੰਡੀਸ਼ਨਾਂ ਹੈਗੀਆਂ। ਮਾਸਕ ਲਾਉਣੇ ਹੈ, ਸੈਨੀਟਾਈਜ਼ਰ ਯੂਜ਼ ਕਰਨਾ ਹੈ, ਹਾਂਜੀ ਮਾਸਕ ਸਟਿਲ ਇਨਸਾਈਡ ਵੀ ਜ਼ਰੂਰੀ ਹੈ। ਹਾਂਜੀ ਤੇ ਅਸੀਂ ਕਹਿੰਦੇ ਵੀ ਇਹ ਸੰਗਤ ਮਾਸਕ ਲਾ ਕੇ ਰੋਕ, ਅਸੀਂ ਪ੍ਰੋਵਾਈਡ ਵੀ ਕਰਦੇ ਮਾਸਕ, ਨਹੀਂ ਚਾਹਦੇ ਵੀ ਲੈ ਲਓ। ਮੈਂ ਹੋਰ ਵੀ ਚੀਜ਼ ਨੋਟ ਕੀਤੀ ਹੈ, ਕਿਚਨ ਦੇ ਵਿੱਚ ਜਿੱਥੇ ਲੰਗਰ ਤਿਆਰ ਹੁੰਦਾ ਆ ਉੱਥੇ ਵੀ ਬਿਲਕੁਲ ਮਾਸਕ ਪਾਏ ਹੋਏ ਨੇ ਤੇ ਸੈਨੀਟਾਈਜ਼ਰ ਵਰਤਦੇ ਨੇ, ਗਲਵਸ ਪਾਏ ਹੋਏ ਨੇ, ਬੜੀ ਸਫਾਈ ਦੇ ਨਾਲ ਸਾਰਾ ਕੁਝ ਹੋ ਰਿਹਾ ਆ। ਦੇਖਣ ਤੋਂ ਵੀ ਪਤਾ ਚੱਲਦਾ ਹਾਂ ਕਿ ਰੂਲ ਜਿਹੜੇ ਫੋਲੋ ਕੀਤੇ ਜਾ ਰਹੇ ਨੇ। ਤੇ ਜਿਹੜੇ ਹੁਣ ਮਰਗ ਦੇ ਭੋਗ ਪੈਂਦੇ ਨੇ ਉਹਨਾਂ ਦੇ ਵਿੱਚ ਵੀ ਅਜੇ ਗਿਣਤੀ ਥੋੜੇ ਲੋਕਾਂ ਦੀ ਹੀ ਹੈ। ਨਹੀਂ ਵੈਸੇ ਤਾਂ ਓਪਨ ਹੈ ਹੁਣ, ਓਪਨ ਜਿਹੜੀ 100% ਕਪੈਸਿਟੀ ਹੈ ਤੁਹਾਡੀ ਉਹ ਆ ਸਕਦੇ ਆ। ਠੀਕ ਪਰ ਲੋਕਾਂ ਦੀ ਰੁਚੀ ਥੋੜੀ ਚੇਂਜ ਹੋ ਗਈ ਹੈ ਹੁਣ। ਜੀ ਹੁਣ ਵੀ ਜਿਵੇਂ ਵਿਆਹ ਦੇ 500-600 ਬੰਦਾ ਵੀ ਆ ਜਾਂਦਾ ਸੀ, ਹਾਂਜੀ ਹੁਣ ਨਹੀਂ ਆਉਂਦੇ। 200-250 ਤੋਂ ਵੱਧ ਬੰਦੇ ਅਜੇ ਆਉਂਦੇ ਨਹੀਂ ਹੈ ਲੋਕੀ। ਨਹੀਂ ਹਾਂਜੀ ਲੋਕੀ ਖੁਦ ਵੀ ਪ੍ਰੀਕਾਸ਼ਨ ਰੱਖਦੇ ਆ ਸੇਫਟੀ ਦਾ, ਜਿਹੜੀ ਕਿ ਜ਼ਰੂਰੀ ਹੈ। ਕਿਉਂਕਿ ਸਾਰੇ ਹੀ ਡਰਦੇ ਆ। ਹਾਂਜੀ ਖਾਸ ਕਰਕੇ ਜਿਹੜੇ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਲਿਆਉਣ ਤੋਂ ਵੀ ਲੋਕੀ ਗਰੇਜ਼ ਕਰਦੇ ਵੀ ਨਾ ਲੈ ਕੇ ਜਾਈਏ ਹਾਂਜੀ ਖੁੱਲੇ ਥਾਂ ਤੇ। ਹਾਂਜੀ ਸੋ ਤੇ ਬਾਕੀ ਇੱਥੇ ਸਮਰ ਦੇ ਵਿੱਚ ਪੰਜਾਬੀ ਸਕੂਲ ਲੱਗਦਾ ਰਹਿੰਦਾ ਸੀ, ਉਹ ਹੁਣ ਅੱਗੇ ਤੋਂ ਸ਼ੁਰੂ ਹੋ ਜਾਏਗਾ। ਪੰਜਾਬੀ ਸਕੂਲ ਅਸੀਂ ਸ਼ੁਰੂ ਕਰ ਰਹੇ ਹਾਂ। ਜੀ ਕੋਵਿਡ ਕਰਕੇ ਬੰਦ ਹੋ ਗਿਆ ਸੀਗਾ, ਹਾਂਜੀ ਹੁਣ ਫੇਰ ਸ਼ੁਰੂ ਕਰ। ਜਿਹੜੇ ਬੱਚੇ ਹੈਗੇ ਬਿਗਨਰ, ਜਿਹੜੇ ਜੀ ਜਿਹਨੇ ਪੰਜਾਬੀ ਮੁੱਢਲੀ ਸਿੱਖਣੀ ਹੈ, ਹਾਂਜੀ ਉਹਨਾਂ ਦੇ ਅਸੀਂ ਪ੍ਰਬੰਧ ਕਰਦੇ ਹਾਂ, ਬਜ਼ੁਰਗਾਂ ਲਈ ਪ੍ਰਬੰਧ ਕਰਦੇ ਹਾਂ, ਸੀਨੀਅਰ ਸੈਂਟਰ ਦੇ ਲਈ। ਤੇ ਇੱਥੇ ਨਾਲ ਨਾਲ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਸੀ ਕਿ ਉਹਦੇ ਪ੍ਰਬੰਧ ਹੁਣ ਵੀ ਹੋ ਸਕਦੇ ਨੇ। ਸੰਥਿਆ ਦੇ ਪ੍ਰਬੰਧ ਵੀ ਹੋ ਸਕਦੇ ਆ। ਹਾਂਜੀ ਤੇ ਇੱਕ ਪਿੱਛੇ ਜਿਹੇ ਕਾਫੀ ਗੱਲਬਾਤ ਇਸ ਬਾਰੇ ਚੱਲੀ ਸੀ ਕਿ ਜਿਹੜਾ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਆ, ਜਿਹੜਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਹੈਗਾ ਆ, ਉੱਥੇ ਕੁਝ ਕੁ ਪਾਬੰਦੀਆਂ ਜਿਹੀਆਂ ਸਨ। ਇੱਕ ਤਾਂ ਸੀਨੀਅਰ ਸੈਂਟਰ ਵੱਲੋਂ ਹੀ ਸਨ, ਉਹ ਕਿ ਬਹੁਤ ਜ਼ਰੂਰੀ ਸਨ ਕੋਵਿਡ ਦੇ ਕਰਕੇ। ਕੁਝ ਕੁ ਜਿਹੜੀ ਹਲਚਲ ਹੋ ਰਹੀ ਸੀ ਗੁਰਦੁਆਰਾ ਸਾਹਿਬ ਦੀ ਕਮੇਟੀ ਦੀ ਤੇ ਉਹਨਾਂ ਨਾਲ, ਤੇ ਕੁਝ ਲੋਕਾਂ ਦਾ ਇਹ ਕਹਿਣਾ ਸੀ ਜਿਹੜੇ ਸਿਆਣੀ ਉਮਰ ਦੇ ਨੇ ਕਿ ਅਸੀਂ ਉੱਥੇ ਤੱਕ ਕਈ ਵਾਰੀ ਸਾਨੂੰ ਜਾਣਾ ਦੂਰ ਲੱਗਦਾ ਆ, ਜੇ ਕਿਤੇ ਇਸ ਗੁਰੂ ਘਰ ਦੇ ਵਿੱਚ ਵੀ ਇੱਦਾਂ ਪ੍ਰਬੰਧ ਹੋ ਜਾਵੇ। ਕਿਉਂਕਿ ਥਾਂ ਕਾਫੀ ਆ, ਹਾਲ ਕਈ ਹੈਗੇ ਨੇ ਇਸ ਗੁਰੂ ਘਰ ਦੇ, ਕੋਈ ਛੋਟਾ ਮੋਟਾ ਪ੍ਰਬੰਧ ਕਰਨ ਦੇ ਤੁਸੀਂ ਹੱਕ ਵਿੱਚ ਹੋ ਤੇ ਸੀਨੀਅਰਸ ਵਾਸਤੇ ਵੀ ਆ ਕੇ ਆਪਣੇ ਗੁਰਬਾਣੀ ਦਾ ਵੀ ਆਨੰਦ ਮਾਣਨ ਤੇ ਨਾਲ ਨਾਲ ਉਹ ਇੱਕ ਤਰ੍ਹਾਂ ਨਾਲ ਆਪਣੇ ਹਾਣੀਆਂ ਪ੍ਰਵਾਣੀਆਂ ਦੇ ਨਾਲ ਬੈਠ ਕੇ ਗੱਲਬਾਤ ਵੀ ਕਰ ਸਕਿਆ ਕਰਨ। ਕੁਛ ਇਹਦੇ ਬਾਰੇ ਕਦੀ ਸੋਚਿਆ ਤੁਸੀਂ? ਅਜੇ ਬਿਲਕੁਲ ਅਸੀਂ ਕਰ ਰਹੇ ਹਾਂ ਸੀਨੀਅਰ ਸੈਂਟਰ ਦੇ, ਪਰ ਸਾਡੀ ਇੱਕ ਪ੍ਰੋਬਲਮ ਹੈ ਕਿ ਜਿਹੜੀ ਬੱਸ ਰੂਟ ਹੈ 80 ਐਵਨੀ ਤੇ ਇੱਥੇ ਬੱਸ ਰੂਟ ਹੈ ਨਹੀਂ, ਬੱਸ ਨਹੀਂ ਚੱਲਦੀ। ਹਾਂਜੀ ਤੇ ਜਿਹੜੇ ਸੀਨੀਅਰਸ ਹੈ ਜਿਹਨੇ ਪੈਦਲ ਤੁਰ ਕੇ ਆਉਣਾ ਜਾਂ ਬੱਸ ਲੈ ਕੇ, ਉਹਨੂੰ ਥੋੜੀ ਪ੍ਰੋਬਲਮ ਹੁੰਦੀ ਹੈ। ਜੀ ਜੀ ਉਹਦੇ ਵਿੱਚ ਟਰਾਈ ਕਰਦੇ ਆ ਕਿ 80 ਐਵਨੀ ਦੀ ਜਿਹੜੀ ਬੱਸ ਹੈ ਉਹ ਥਰੂ ਹੋ ਜੇ ਕਿੰਗ ਜੋੜ ਤੋਂ ਲੈ ਕੇ ਸਕਾਟ ਰੋਡ ਤੱਕ, ਜਿਹੜੀ ਕਿ ਆਉਂਦੀ ਨਹੀਂ ਹੈ। ਹਾਂਜੀ
ਇਹ ਇੱਕ ਵੱਡੀ ਪ੍ਰੋਬਲਮ ਸੀ। ਜਿਵੇਂ ਕਿ ਬੱਸ 80 ਤੇ ਤਾਂ ਹੈ ਹੀ ਨਹੀਂ ਹੈਗੀ ਬੱਸ ਸਰਵਿਸ, ਪਰ ਜਿਹੜੀ 128 ਤੇ ਬੱਸ ਸਰਵਿਸ ਆ ਇਹ ਵੀ ਬਹੁਤ ਥੋੜੀ ਆ। ਬੱਸ ਸਰਵਿਸ ਬਹੁਤ ਲੰਮਾ ਸਮਾਂ ਵੇਟ ਕਰਨੀ ਪੈਂਦੀ ਆ। ਕਿ ਇਹ ਵੀ ਕੋਈ ਉਪਰਾਲਾ ਕੀਤਾ ਜਾ ਸਕਦਾ ਸੰਗਤ ਦੇ ਸਹਿਯੋਗ ਦੇ ਨਾਲ ਕਿ ਸਰਵਿਸ ਜਰਾ ਕੁ ਜ਼ਿਆਦਾ ਹੋ ਜਾਵੇ, ਹਰ ਕੋਈ 15-20 ਮਿੰਟ ਬਾਅਦ ਬੱਸ ਮਿਲ ਸਕਦੀ ਹੋਵੇ? ਦੇਖੋ ਕਮਿਊਨਿਟੀ ਬਹੁਤ ਵੱਡੀ ਹੋ ਗਈ ਹੈ ਹੁਣ। ਹਾਂਜੀ ਬੱਸ ਬੜੀ ਥੋੜੀ ਹੈ ਸਰੀ ਦੇ ਵਿੱਚ। ਜੀ ਜੀ ਸਰੀ ਬਹੁਤ ਫਾਸਟ ਗਰੋਇੰਗ ਮਿਊਨਿਸਪੈਲਿਟੀ ਹੈ ਇੱਥੇ, ਹਾਂਜੀ ਔਰ ਜਿਹੜੀ ਟਰਾਂਸਪੋਰਟੇਸ਼ਨ ਦੀਆਂ ਸਰਵਿਸ ਉਹ ਉਨੀ ਫਾਸਟ ਨਹੀਂ ਚੱਲਦੀਆਂ ਜਿੰਨੀ ਹੋਣੀ ਚਾਹੀਦੀਆਂ। ਅਸੀਂ ਟਰਾਈ ਕਰਦੇ ਹਾਂ ਕਿ ਪਟੀਸ਼ਨ ਵੀ ਤਿਆਰ ਕੀਤੀ ਹੋਈ ਹੈ ਜਿਹੜੀ ਦੇਵਾਂਗੇ ਕਿ ਬੱਸ ਸਰਵਿਸ ਜਿਹੜੀ ਹੋਰ 80 ਐਮ ਖਾਸ ਕਰਕੇ ਹੋਣੀ ਚਾਹੀਦੀ ਹੈ, ਜਿੱਥੇ ਹਾਂਜੀ। ਬਿਲਕੁਲ ਨਹੀਂ ਹੈ। ਤੇ ਜਿਹੜੀ 128 ਹੈਗੀ ਆ ਦੂਜੀਆਂ ਸੀਟਾਂ ਉੱਥੇ ਵੀ ਘੱਟ ਸਰਵਿਸ ਹੈਗੀ ਆ। ਤੁਸੀਂ ਜਿਹੜੀ ਪਟੀਸ਼ਨ ਸਾਈਨ ਕਰਾਉਣੀ ਉਹਦੇ ਬਾਰੇ ਜੀ ਤੁਸੀਂ ਸੰਗਤਾਂ ਨੂੰ ਦੱਸ ਸਕੋ ਕਿ ਜਦੋਂ ਇਸ ਗੁਰੂ ਘਰ ਦਾ ਐਡਰੈਸ ਦੱਸ ਸਕੋ, ਫੋਨ ਨੰਬਰ ਦੱਸ ਸਕੋ, ਤਾਂ ਕਿ ਉਹ ਜਦੋਂ ਵੀ ਇੱਥੇ ਆਉਣ ਤੇ ਤੁਹਾਡੇ ਕੋਲ ਇੱਥੇ ਸਾਈਨ ਕਰਕੇ ਜਾ ਸਕਣ। ਉਹ ਇਹ ਬਹੁਤ ਜ਼ਰੂਰੀ ਹੋਏਗਾ, ਤੁਸੀਂ ਸਾਂਝਾ ਕਰ ਸਕਦੇ ਹੋ। ਹਾਂਜੀ, ਇਹ ਪਟੀਸ਼ਨ ਅਸੀਂ ਉੱਪਰੋਂ ਵੀ ਅਨਾਉਂਸ ਕਰਿਆ ਕਰਾਂਗੇ ਮੇਰੇ ਹਾਲ ਚੋਂ ਵੀ ਪਟੀਸ਼ਨ ਸਾਈਨ ਕਰੋ ਬੱਸ ਸਰਵਿਸ ਲਈ। ਜੀ ਔਰ ਜਿਹਦੇ ਲਈ ਲੋਕੀ ਬਹੁਤ ਸਾਨੂੰ ਫੋਨ ਆਉਂਦੇ ਆ ਜੀ ਕਿ ਬੱਸ ਹੈ ਨਹੀਂ ਗੀ ਸਰਵਿਸ, ਸਾਨੂੰ ਆਉਣ ਦੀ ਬੜੀ ਤਕਲੀਫ ਹੈ, ਸਾਰਿਆਂ ਕੋਲ ਕਾਰਾਂ ਨਹੀਂ ਹੈਗੀਆਂ। ਹਾਂਜੀ ਅਸੀਂ ਟਰਾਈ ਕਰਦੇ ਹਾਂ ਵੱਧ ਤੋਂ ਵੱਧ ਜਿੰਨੇ ਲੋਕੀ ਸਾਈਨ ਕਰਨ ਪਟੀਸ਼ਨ ਤੇ ਪੇਸ਼ ਕੀਤੀ ਜਾਵੇ ਠੀਕ ਤੇ ਹੈ। ਬੱਸ ਸਰਵਿਸ ਫਾਸਟ ਸਰਵਿਸ। ਹਾਂਜੀ, ਜੇਕਰ ਬੱਸ ਸਰਵਿਸ ਦਾ ਹੋ ਜਾਵੇ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਸੀਨੀਅਰ ਸੈਂਟਰ, ਇਹ ਆਪਾਂ ਇਹ ਕਹਿ ਲਓ ਕਿ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਦੀ ਇੱਕ ਨਾਲ ਲੱਗਦੀ ਹੀ ਬ੍ਰਾਂਚ ਜਿਸ ਤਰ੍ਹਾਂ ਹੋਵੇ, ਉਹਦੇ ਲਈ ਫਿਰ ਬਾਅਦ ਵਿੱਚ ਉਪਰਾਲਾ ਕਰੋਗੇ? ਪਹਿਲਾਂ ਬੱਸ ਦੀ ਸੀਨੀਅਰਸ ਲਈ ਤਾਂ ਜਿੰਨੇ ਵੀ ਗੁਰਦੁਆਰੇ ਹੈਗੇ ਸਾਰਿਆਂ 'ਚ ਇਹ ਸਰਵਿਸ ਹੋਣੀ ਚਾਹੀਦੀ ਹੈ, ਕਿਉਂਕਿ ਸੀਨੀਅਰ ਵੀ ਬਹੁਤ ਸਾਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ। ਗਿਣਤੀ 'ਚ ਆ, ਹਾਂਜੀ ਔਰ ਸਰੀ ਦੀ ਜਿਹੜੀ ਪਾਪੂਲੇਸ਼ਨ ਬੜੀ ਖਿਲਰੀ ਹੋਈ ਹੈ। ਜੀ ਹਾਂਜੀ ਜਿਹਨੂੰ ਵੀ ਜਿਹੜਾ ਗੁਰਦੁਆਰਾ ਲੱਗ ਗਿਆ ਉੱਥੇ ਸੰਗਤ ਜਾਂਦੀ ਹੈ। ਜੀ ਜੇ ਹਰ ਇੱਕ ਗੁਰਦੁਆਰੇ ਦੇ ਵਿੱਚ ਸੀਨੀਅਰਸ ਲਈ ਪ੍ਰਬੰਧ ਹੋਵੇ ਜੀ। ਤਾਂ ਬਹੁਤ ਵਧੀਆ। ਅਸੀਂ ਵੀ ਕਰਾਂਗੇ ਪ੍ਰਬੰਧ ਇੱਥੇ ਸੀਨੀਅਰਸ ਜਿੰਨਾ ਹੋ ਸਕੇ ਵੱਧ ਤੋਂ ਵੱਧ। ਇਹਦੇ ਲਈ ਜਿਸ ਤਰ੍ਹਾਂ ਮੇਲ ਐਂਡ ਫੀਮੇਲ ਦੋਨਾਂ ਵਾਸਤੇ ਪ੍ਰਬੰਧ ਦੀ ਲੋੜ ਹੈ, ਕਿਉਂਕਿ ਅਸੀਂ ਦੇਖਿਆ ਹੁਣ ਕਰੋਨਾ ਦੇ ਦੌਰਾਨ ਸਾਨੂੰ ਜਿਹੜੇ ਫੋਨ ਕਾਲਸ ਆਉਂਦੇ ਰਹੇ ਨੇ ਮੀਡੀਆ ਦੇ ਵਿੱਚ, ਬਹੁਤ ਸਾਰੀਆਂ ਲੇਡੀਜ਼ ਵੀ ਡਿਪਰੈਸ਼ਨ ਵੱਲ ਨੂੰ ਜਾ ਰਹੀਆਂ ਸਨ, ਬਹੁਤ ਸਾਰੇ ਮਰਦ ਵੀ ਜਿਹੜੇ ਡਿਪਰੈਸ਼ਨ ਵੱਲ ਨੂੰ ਜਾ ਰਹੇ, ਬਹੁਤ ਸਾਰੇ ਉਹ ਮਰਦ ਜਿਨ੍ਹਾਂ ਦੀਆਂ ਵਾਈਫ ਜਿਹੜੀਆਂ ਉਹਨਾਂ ਦੀ ਮੌਤ ਹੋ ਚੁੱਕੀ ਆ, ਬੱਚੇ ਆਪਣੇ ਆਪਣੇ ਥਾਵਾਂ 'ਤੇ ਆ, ਉਹ ਵਿਚਾਰੇ ਇਕੱਲੇ ਨੇ 70 ਸਾਲਾਂ ਤੋਂ ਲੈ ਕੇ 78 ਸਾਲਾਂ ਦੀ ਉਮਰ ਦੇ ਜਾਂ ਉਸ ਤੋਂ ਛੋਟੀ ਉਮਰ ਦੇ ਵੀ। ਉਹਨਾਂ ਦੇ ਬਹੁਤ ਫੋਨ ਕਾਲ ਸਾਨੂੰ ਆਉਂਦੇ ਰਹੇ ਆ ਜੀ, ਅਸੀਂ ਤਾਂ ਡਿਪਰੈਸ਼ਨ ਵੱਲ ਨੂੰ ਜਾ ਰਹੇ ਹਾਂ। ਜੇ ਕੋਈ ਜਗ੍ਹਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹਰ ਗੁਰੂ ਘਰ ਦੇ ਵਿੱਚ ਥਾਂ ਇਹ ਹੋਣੀ ਚਾਹੀਦੀ ਥੋੜ੍ਹੀ ਬਹੁਤੀ ਸੀਨੀਅਰ ਵਾਸਤੇ, ਜਿਹੜਾ ਉੱਥੇ ਇੱਕ ਤਾਂ ਗੁਰਬਾਣੀ ਦਾ ਆਨੰਦ ਮਾਣ ਸਕਣ, ਦੂਜਾ ਉਹ ਆ ਕੇ ਆਪਸੀ ਜਿਹੜਾ ਮੇਲ ਤਾਲ ਆ ਉਹ ਵੀ ਕਾਇਮ ਰੱਖ ਸਕਣ। ਜੀ ਸੀਨੀਅਰਸ ਦੀ ਬਹੁਤ ਵੱਡੀ ਪ੍ਰੋਬਲਮ ਹੈ, ਹਾਂਜੀ ਕਿਉਂਕਿ ਬੱਚੇ ਸਕੂਲਾਂ ਚਲੇ ਜਾਂਦੇ ਆ, ਹਾਂ ਜਿਹੜੇ ਅਡਲਟ ਹੈਗੇ ਉਹ ਕੰਮਾਂ ਧੰਦੇ ਚਲੇ ਜਾਂਦੇ, ਬਜ਼ੁਰਗ ਇਕੱਲੇ ਘਰੇ ਰਹਿੰਦੇ, ਇਕੱਲੇ ਰਹਿ ਜਾਂਦੇ ਹਨ। ਉਹਨਾਂ ਦੀ ਬਹੁਤੀ ਸੋਸ਼ਲ ਲਾਈਫ ਨਹੀਂ ਹੈ। ਹਾਂਜੀ ਜੇ ਸੈਂਟਰ ਜਾਣ ਉੱਥੇ ਆਪੋ ਵੀ ਥੋੜਾ ਬਹੁਤ ਚਿਰ ਉਹ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਦੇ ਆ, ਕੁਝ ਪੜ੍ਹ ਲਿਖ ਸਕਦੇ ਆ, ਹਾਂਜੀ ਕੁਝ ਉਹਨਾਂ ਦਾ ਜਿਹੜਾ ਪ੍ਰੈਸ਼ਰ ਹੁੰਦਾ ਮਾਈਂਡ ਤੇ ਉਹ ਈਜ਼ੀ ਹੋ ਜਾਂਦਾ। ਸੋ ਜ਼ਰੂਰੀ ਹੈ ਕਿ ਸੀਨੀਅਰਸ ਲਈ ਕੋਈ ਰਿਕ੍ਰੀਏਸ਼ਨ ਲਈ ਉਹਨਾਂ ਦੀ ਥਾਂ ਹੋਣੀ ਚਾਹੀਦੀ ਹੈ। ਅਸੀਂ ਇਹਦੇ ਲਈ ਅਦਾਰਾ ਇਹ ਸਫ਼ਰ ਜ਼ਿੰਦਗੀ ਦਾ ਪ੍ਰੋਗਰਾਮ ਵੱਲੋਂ ਤੁਹਾਡਾ ਸਹਿਯੋਗ ਦੇਣ ਨੂੰ ਤਿਆਰ ਹਾਂ, ਇਸ ਲਈ ਕਿਉਂਕਿ ਸਾਨੂੰ ਜਿਹੜੀਆਂ ਕਾਲਸ ਆਉਂਦੀਆਂ ਰਹੀਆਂ ਹੈ ਭੈਣਾਂ ਦੀਆਂ ਵੀ ਵੀਰਾਂ ਦੀਆਂ ਵੀ, ਉਹਨੂੰ ਦੇਖਦੇ ਹੋਏ ਕਿ ਹਾਂ ਸਹੀ ਗੱਲ ਹੈ ਕਿ ਹਰ ਗੁਰਦੁਆਰਾ ਸਾਹਿਬ ਦੇ ਲਾਗੇ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਠੀਕ ਹੈ, ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੀਆਂ ਕਈ ਆਦਤਾਂ ਇੰਨੀਆਂ ਪੱਕ ਚੁੱਕੀਆਂ ਹੁੰਦੀਆਂ, ਕਈ ਵਾਰੀ ਉਹ ਸਾਨੂੰ ਵੀ ਨਹੀਂ ਚੰਗੀਆਂ ਲੱਗਦੀਆਂ ਤੇ ਕਈਆਂ ਨੂੰ ਹੋਰਾਂ ਨੂੰ ਵੀ ਨਹੀਂ ਚੰਗੀਆਂ ਲੱਗਦੀਆਂ, ਪਰ ਸਾਨੂੰ ਕਿਉਂਕਿ ਅਸੀਂ ਆਪ ਖੁਦ ਹੁਣ ਉਸ ਏਜ ਵੱਲ ਨੂੰ ਜਾ ਰਹੇ ਹਾਂ, ਅਸੀਂ ਹੁਣ ਇਹ ਵੀ ਨੋਟ ਕਰਦੇ ਹਾਂ ਕਿ ਸਾਡੇ ਵਿੱਚ ਵੀ ਜਿਹੜੀਆਂ ਉਹ ਕਈ ਕਮੀਆਂ ਹੈਗੀਆਂ ਆ। ਹਾਂਜੀ, ਤੇ ਇਹਦੇ ਵਾਸਤੇ ਅਸੀਂ ਤੁਹਾਡਾ ਸਹਿਯੋਗ ਦੇਣ ਨੂੰ ਪੂਰੇ ਤਿਆਰ ਹਾਂ। ਜਦੋਂ ਵੀ ਤੁਸੀਂ ਆਵਾਜ਼ ਮਾਰੋਗੇ ਅਸੀਂ ਆਵਾਂਗੇ ਤੇ ਸੰਗਤ ਦੇ ਸਾਹਮਣੇ ਇਹ ਤੁਹਾਡਾ ਪ੍ਰਸਤਾਵ ਜਿਹੜਾ ਉਹਨੂੰ ਰੱਖ ਸਕਦੇ ਹਾਂ। ਤੇ ਇਹਦੇ ਨਾਲ ਨਾਲ ਜਿਹੜਾ ਤੁਸੀਂ ਪਹਿਲਾਂ ਵੀ ਇੱਥੋਂ ਕੁਝ ਬੀਬੀਆਂ ਰਲ ਕੇ ਹੋਮਲੈਸ ਜਿਹੜੇ ਨੇ ਉਹਨਾਂ ਵਾਸਤੇ ਖਾਣਾ ਬਣਾ ਕੇ ਲਿਜਾਂਦੀਆਂ ਸਨ, ਤੁਸੀਂ ਗੁਰੂ ਘਰ ਦੀ ਕਿਚਨ ਦੀ ਵਰਤੋਂ ਕਰਨ ਦਿੰਦੇ ਸੋ, ਨਾਲ ਨਾਲ ਆਪਣੇ ਵੱਲੋਂ ਵੀ ਬਹੁਤ ਸਹਿਯੋਗ ਦਿੰਦੇ ਸੋ, ਨਾਲ ਨਾਲ ਰਾਸ਼ਨ ਪਾਣੀ ਵੀ ਦਿੰਦੇ ਸੋ। ਇਹਦੇ ਬਾਰੇ ਤੁਹਾਡਾ ਹੁਣ ਅੱਗੇ ਕੀ ਇਰਾਦਾ ਹੈਗਾ ਜੀ? ਇਹ ਸਰਵਿਸ ਤਾਂ ਕੰਟੀਨਿਊ ਰਹੂਗੀ ਜੀ ਠੀਕ ਹੈ। ਜਦੋਂ ਬੀਬੀਆਂ ਕੋਈ ਉਪਰਾਲਾ ਕਰਦੀਆਂ ਆ ਕੇ ਵੀ ਅਸੀਂ ਲੰਗਰ ਲੈ ਕੇ ਜਾਣਾ, ਬਣਾ ਕੇ ਲੈ ਜਾਣਾ, ਹਾਂਜੀ ਅਸੀਂ ਸਾਰੀ ਸਰਵਿਸ ਪ੍ਰੋਵਾਈਡ ਕਰਦੇ ਹਾਂ, ਰਾਸ਼ਨ ਵੀ ਦਿੰਦੇ ਹਾਂ, ਹਾਂਜੀ। ਪਕਾਓ ਕਰੋ ਸੇਵਾ। ਤੁਸੀਂ ਰਿਲਾਇਬਲ ਵਹੀਕਲ ਵੀ ਦਿੰਦੇ ਹੋ ਜੀ ਇਹਦੇ 'ਚ? ਚੱਲ ਹਾਂਜੀ ਹਾਂ ਬਿਲਕੁਲ, ਅਸੀਂ
ਸਾਰੀ ਸਪੋਰਟ ਕਰਨ ਨੂੰ ਤਿਆਰ ਹੈ, ਕਰਦੇ ਰਹੇ, ਹੁਣ ਵੀ ਕਰ ਰਹੇ ਹਾਂ। ਹਾਂਜੀ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚਾਹਾਂਗੇ ਕਿ ਹੋਰ ਜਿਹੜੇ ਇੱਥੋਂ ਪ੍ਰੋਗਰਾਮ ਹੁੰਦੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਦੇਈਏ। ਹੋਰ ਤੁਸੀਂ ਸੰਗਤ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋਵੋ ਸਫ਼ਰ ਜ਼ਿੰਦਗੀ ਦਾ ਪ੍ਰੋਗਰਾਮ ਦੇ ਰਾਹੀਂ ਤਾਂ ਤੁਸੀਂ ਦੇ ਸਕਦੇ ਹੋ ਜੀ। ਸੁਨੇਹਾ ਤਾਂ ਆਪਣਾ ਇਹ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਜਿਹੜੇ ਵੀ ਗੁਰੂ ਘਰ ਤੁਹਾਡੇ ਜਿੱਥੇ ਵੀ ਜਾਂਦੇ ਆ, ਹਾਂਜੀ, ਜਿੱਥੇ ਵੀ ਲਾਗੇ ਹੈਗੇ ਉੱਥੇ ਜਾਓ, ਸੇਵਾ ਕਰੋ, ਹੱਥ ਵਟਾਓ ਪ੍ਰਬੰਧਕਾਂ ਦਾ, ਬੱਚਿਆਂ ਨੂੰ ਨਾਲ ਲੈ ਕੇ ਜਾਓ, ਬੱਚਿਆਂ ਨੂੰ ਪੰਜਾਬੀ ਪੜ੍ਹਾਓ। ਪੰਜਾਬੀ ਸਕੂਲ ਥਾਂ ਦੇ ਖੁੱਲ੍ਹੇ ਹੋਏ ਆ ਹੁਣ, ਹਾਂਜੀ ਗੁਰਦੁਆਰਿਆਂ ਦੇ ਵਿੱਚ ਪੰਜਾਬੀ ਦੇ ਪ੍ਰਬੰਧ ਹੈ ਜੀ। ਕਿ ਜੇ ਅਸੀਂ ਪੰਜਾਬੀ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਤਾਂ ਉਹ ਸਾਡੇ ਕਲਚਰ ਦੇ ਨਾਲ, ਸਾਡੇ ਧਰਮ ਦੇ ਨਾਲ ਜੁੜੇ ਰਹਿਣਗੇ। ਜੀ ਬਿਲਕੁਲ। ਜੇ ਅਸੀਂ ਪੰਜਾਬੀ ਭੁੱਲ ਗਏ ਜਾਂ ਬੱਚਿਆਂ ਨੂੰ ਨਹੀਂ ਸਿਖਾਇਆ ਤਾਂ ਉਹ ਟੁੱਟ ਜਾਣਗੇ ਸਾਡੇ ਕਲਚਰ ਤੋਂ। ਹਾਂਜੀ ਸੋ ਇਹ ਬਹੁਤ ਜ਼ਰੂਰੀ ਹੈ ਵੀ ਸੀਨੀਅਰ ਦੀ ਸੇਵਾ ਤੇ ਬੱਚੇ ਨੂੰ ਪੰਜਾਬੀ ਪੜ੍ਹਾਉਣੀ। ਹਾਂਜੀ। ਇਹ ਦੋ ਬਹੁਤ ਇੰਪੋਰਟੈਂਟ ਚੀਜ਼ਾਂ ਸਾਡੀ ਕਮਿਊਨਿਟੀ ਜਿਹੜੀਆਂ ਹੋਣੀਆਂ ਚਾਹੀਦੀਆਂ। ਇੱਕ ਜਾਂਦੇ ਜਾਂਦੇ ਮੈਂ ਤੁਹਾਨੂੰ ਹੋਰ ਸਵਾਲ ਪੁੱਛਣਾ ਚਾਹੁੰਦੀ ਹਾਂ, ਕਿਉਂਕਿ ਜਿੰਨੇ ਵੀ ਆਪਣੇ ਕਥਾਵਾਚਕ ਆਉਂਦੇ ਨੇ, ਗਿਆਨੀ ਆਉਂਦੇ ਨੇ, ਕੀਰਤਨੀ ਜਥੇ ਆਉਂਦੇ ਨੇ, ਢਾਡੀ ਜਥੇ ਆਉਂਦੇ ਨੇ, ਸਾਰੇ ਇਹ ਪੰਜਾਬ ਤੋਂ ਆਉਂਦੇ ਨੇ ਜਾਂ ਮਤਲਬ ਕਹਿ ਲਈਏ ਹਿੰਦੁਸਤਾਨ ਤੋਂ ਆਉਂਦੇ ਨੇ। ਕਿ ਇੱਥੇ ਉਪਰਾਲਾ ਇਹ ਹੋ ਸਕਦਾ ਕਿ ਇੱਥੇ ਹੀ ਜਿਹੜੇ ਪੜ੍ਹ ਲਿਖ ਕੇ ਗਿਆਨੀ ਜਿਹੜੇ ਆ ਇੱਥੇ ਹੀ ਇਸ ਕਾਬਲ ਹੋਣ ਕਿ ਸੇਵਾ ਇੱਥੇ ਨਿਭਾ ਸਕਦੇ ਹੋਣ? ਨਹੀਂ, ਇਹ ਸਵਾਲ ਪਹਿਲੀ ਵਾਰ ਨਹੀਂ ਆਇਆ, ਅੱਗੇ ਵੀ ਕਈ ਵਾਰੀ ਇਹ ਸਵਾਲ ਆਏ ਹੈ। ਇਹ ਬਹੁਤ ਮੁਸ਼ਕਿਲ ਹੈ। ਉਹਦਾ ਕਾਰਨ ਇਹ ਹੈ ਕਿ ਜਿਹੜੇ ਪ੍ਰਬੰਧਕ ਕਮੇਟੀਆਂ ਗੁਰਦੁਆਰੇ ਉਹ ਚੇਂਜ ਹੁੰਦੀਆਂ ਰਹਿੰਦੀਆਂ। ਇਹਦੇ ਲਈ ਇੱਕ ਪਰਮਾਨੈਂਟ ਬਾਡੀ ਹੋਵੇ। ਬੇਸ਼ੱਕ ਸਾਰੇ ਗੁਰਦੁਆਰੇ ਸਾਂਝਾ ਉਪਰਾਲਾ ਕਰਕੇ ਕਿਸੇ ਬਾਡੀ ਨੂੰ ਚੁਣਨ, ਉਹ ਜਿਹੜੀ ਬਾਡੀ ਆ ਉਹ ਰਨ ਕਰੇ ਕੋਈ ਸਕੂਲ ਜੀ, ਜਿੱਥੋਂ ਇਹ ਬੱਚੇ ਪੜ੍ਹ ਲਿਖ ਕੇ ਸਾਡੇ ਇਸ ਪ੍ਰੋਫੈਸ਼ਨ 'ਚ ਆਉਣ। ਦੂਸਰੀ ਗੱਲ ਇਹ ਹੈ ਵੀ ਜਿਹੜੇ ਅੱਜ ਕੱਲ੍ਹ ਦੇ ਬੱਚੇ ਆ ਉਹ ਇਸ ਪ੍ਰੋਫੈਸ਼ਨ 'ਚ ਆਉਣਾ ਨਹੀਂ ਚਾਹੁੰਦੇ। ਆਉਣਾ ਨਹੀਂ ਚਾਹੁੰਦੇ। ਉਹਦਾ ਕਾਰਨ ਇਹ ਹੈ ਕਿ ਉਹ ਇੱਥੇ ਉਹਨੇ ਤਨਖਾਹਾਂ ਨਹੀਂ ਦਿੰਦੇ ਜਿੰਨੇ ਉਹ ਡਿਜ਼ਰਵ ਕਰਦੇ ਆ। ਜਿਸ ਤਰ੍ਹਾਂ ਕ੍ਰਿਸਚੀਅਨ ਪਾਦਰੀ ਹੈ, ਉਹਨਾਂ ਦੇ ਪ੍ਰੀਸਟ ਹੈ, ਉਹਨਾਂ ਦੀ ਤਨਖਾਹ ਮੋਟੀਆਂ ਹੁੰਦੀਆਂ, ਉਹ ਕੁਆਲੀਫਾਈਡ ਹੋ ਕੇ ਆਉਂਦੇ ਆ। ਉਸ ਦਾ ਸਾਡਾ ਸਿਸਟਮ ਕੋਈ ਨਹੀਂ ਹੈ ਬਾਹਰ, ਇੰਡੀਆ ਤੋਂ ਬਾਹਰ। ਤੇ ਉਪਰਾਲਾ ਬੜਾ ਔਖਾ ਹੈ। ਅੱਗੇ ਪਹਿਲਾਂ ਵੀ ਡਿਸਕਸ਼ਨਾਂ ਹੋਈਆਂ ਸਾਡੀਆਂ ਇਸ ਇਸ਼ੂ ਤੇ। ਸਿਰਫ ਇੱਕੋ ਹੀ ਅਦਾਰਾ ਹੈਗਾ ਜਿਹੜਾ ਕਿ ਇੰਡੀਆ ਦੇ ਵਿੱਚ ਸ਼੍ਰੋਮਣੀ ਕਮੇਟੀ ਹੈ ਜਾਂ ਦਿੱਲੀ ਕਮੇਟੀ ਹੈ, ਜਾਂ ਉੱਥੇ ਗੁਰਮਤਿ ਸਕੂਲ ਆ ਜਿਹੜੇ ਉਹ ਹੈ। ਬਹੁਤ ਮਿਹਰਬਾਨੀ, ਤੁਸੀਂ ਬਹੁਤ ਸਾਰੀ ਜਾਣਕਾਰੀ ਦਿੱਤੀ ਆ। ਇਸੇ ਤਰ੍ਹਾਂ ਕਿਸੇ ਹੋਰ ਮੌਕੇ ਤੇ ਫਿਰ ਇਕੱਠੇ ਹੋਵਾਂਗੇ। ਤਦ ਤੱਕ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਤੁਸੀਂ ਦੇਖ ਰਹੇ ਹੋ ਸਫ਼ਰ ਜ਼ਿੰਦਗੀ ਦਾ। ਸਫ਼ਰ ਜ਼ਿੰਦਗੀ ਦੇ ਵਿੱਚ ਅਸੀਂ ਕਈ ਸੈਗਮੈਂਟ ਲੈ ਕੇ ਆਉਂਦੇ ਹਾਂ। ਬਹੁਤ ਸਾਰੇ ਸੈਗਮੈਂਟ ਅਸੀਂ ਅਗਲੇ ਮਹੀਨੇ ਯਾਨੀ ਕਿ ਜਨਵਰੀ ਦੇ ਵਿੱਚ ਵੀ ਸ਼ੁਰੂ ਕਰਨ ਜਾ ਰਹੇ ਹਾਂ। ਜਿਹੜਾ ਸੈਗਮੈਂਟ ਦੀ ਮੈਂ ਹੁਣ ਗੱਲ ਕਰਨੀ ਆ, ਰਿਸ਼ਤੇ ਹੀ ਰਿਸ਼ਤੇ, ਇਹਨੂੰ ਬੜਾ ਭਰਮਾ ਹੁੰਗਾਰਾ ਮਿਲ ਰਿਹਾ ਆ। ਕਿਉਂਕਿ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੇ ਲੜਕੇ ਲੜਕੀਆਂ ਵਿਆਹੁਣੇ ਵਾਲੇ ਨੇ, ਉਹ ਇਸ ਵੇਲੇ ਇਹ ਕਹਿ ਸਕਦੇ ਹਾਂ ਕਿ ਬੜੇ ਉਤਸੁਕ ਨੇ। ਉਹ ਸੋਚਦੇ ਨੇ ਕਿ ਹੁਣ ਜਿਹੜੇ ਵਿਚੋਲੇ ਆ ਉਹ ਮਿਲ ਨਹੀਂ ਰਹੇ, ਰਿਸ਼ਤੇ ਕਿਵੇਂ ਕਰੀਏ। ਲੋਕ ਵੀ ਜਾਂ ਰਿਸ਼ਤੇਦਾਰ ਵੀ ਬਹੁਤਾ ਸਾਥ ਨਹੀਂ ਦੇ ਰਹੇ, ਕਿਉਂਕਿ ਉਹ ਵੀ ਡਰਦੇ ਨੇ, ਕਿਉਂਕਿ ਹਾਲਾਤ ਹੀ ਕੁਛ ਅਜਿਹੇ ਹੋ ਗਏ ਨੇ ਕਿ ਵਿਆਹ ਪਿੱਛੋਂ ਹੁੰਦਾ, ਤਲਾਕ ਪਹਿਲਾਂ ਹੋਣ ਦੀਆਂ ਗੱਲਾਂ ਹੋਣ ਲੱਗ ਜਾਂਦੀਆਂ ਨੇ। ਸੋ ਇਸ ਲਈ ਅਸੀਂ ਜੋ ਇਹ ਸੈਗਮੈਂਟ ਸ਼ੁਰੂ ਕੀਤਾ ਹੋਇਆ ਆ, ਭਾਵੇਂ ਇਹ ਦਿਲ ਦੀਆਂ ਗੱਲਾਂ TV ਪ੍ਰੋਗਰਾਮ ਦੇ ਵਿੱਚ ਚੱਲਦਾ ਸੀ, ਤੁਹਾਡੇ ਸਾਰਿਆਂ ਦੇ ਕਹਿਣ 'ਤੇ, ਤੁਹਾਡੇ ਬਹੁਤ ਸਾਰਿਆਂ ਦੇ ਕਹਿਣ 'ਤੇ ਅਸੀਂ ਇਸ ਸੈਗਮੈਂਟ ਨੂੰ ਸਫ਼ਰ ਜ਼ਿੰਦਗੀ ਦਾ ਵਿੱਚ ਵੀ ਲੈ ਕੇ ਆ ਰਹੇ ਹਾਂ। ਜਿਹੜੇ ਅਸੀਂ ਤੁਹਾਨੂੰ ਅਜੇ ਰਿਸ਼ਤੇ ਦੱਸਦੇ ਹਾਂ, ਉਹ ਰਿਸ਼ਤੇ ਸਿਰਫ ਤੇ ਸਿਰਫ ਕੈਨੇਡਾ ਦੇ ਵਿੱਚ ਹੀ ਹਨ। ਉਹਨਾਂ ਵਿੱਚੋਂ ਬਹੁਤੇ ਕੈਨੇਡਾ ਦੇ ਸੂਬੇ BC ਦੇ ਵਿੱਚ ਹੀ ਵਸਿੰਦੇ ਹਨ। ਲੜਕੇ ਲੜਕੇ ਇੱਥੇ ਰਹਿੰਦੇ ਨੇ। ਉਹਨਾਂ ਦੇ ਵਿੱਚੋਂ ਵੀ ਕਈ ਇਹ ਚਾਹੁੰਦੇ ਨੇ ਕਿ ਸਿਰਫ ਤੇ ਸਿਰਫ ਲੋਅਰ ਮੇਨਲੈਂਡ ਦੇ ਵਿੱਚ ਹੀ ਰਿਸ਼ਤਾ ਹੋਵੇ। ਕੁਝ ਕੁ ਰਿਸ਼ਤੇ ਸਾਡੇ ਕੋਲ ਆਇਲੈਂਡ ਤੋਂ ਵੀ ਆਏ ਹੋਏ ਨੇ, ਵਿਕਟੋਰੀਆ, ਡੰਕਨ, ਨਨਾਈਮੋ, ਪੋਰਟਲ ਵਰਨੀ, ਇਹਨਾਂ ਹਿੱਸਿਆਂ ਤੋਂ ਵੀ ਆਏ ਹੋਏ ਨੇ, ਜਿਨ੍ਹਾਂ ਵਿੱਚ ਇਹ ਕਿਹਾ ਜਾਂਦਾ ਕਿ ਉੱਥੇ ਜੇ ਲੜਕਾ ਰਹਿੰਦਾ ਤਾਂ ਉਹ ਲੜਕੀ ਦੀ ਭਾਲ ਵੀ ਉੱਥੇ ਹੀ ਕਰਦੇ ਨੇ ਜਾਂ ਲੜਕੀ ਮੂਵ ਹੋ ਸਕਦੀ ਹੋਵੇ। ਕਈ ਲੋਕ ਇਹ ਵੀ ਕਹਿੰਦੇ ਨੇ ਕਿ ਲੜਕਾ ਕਿਉਂ ਨਹੀਂ ਮੂਵ ਹੋ ਸਕਦਾ, ਕਿਉਂਕਿ ਲੜਕੇ ਦੀ ਜੇ ਪਰਮਾਨੈਂਟ ਜੌਬ ਜਿੱਥੇ ਉਹ ਹੈਗਾ ਆ ਉੱਥੇ ਹੀ ਹੈ ਤਾਂ ਉਸਨੇ ਉੱਥੇ ਹੀ ਰਹਿਣਾ ਹੁੰਦਾ ਹੈ। ਚਲੋ ਸ਼ੁਰੂ ਕਰਦੇ ਹਾਂ ਰਿਸ਼ਤੇ ਹੀ ਰਿਸ਼ਤੇ ਸੈਗਮੈਂਟ ਨੂੰ। ਰੈਫਰੈਂਸ ਨੰਬਰ 160 ਇਹ ਰਾਜਪੂਤ ਸਿੱਖ ਪਰਿਵਾਰ ਦੀ ਕੈਨੇਡੀਅਨ ਬੋਰਨ ਲੜਕੀ ਹੈ ਜੀ, ਜਿਹੜੀ ਕਿ 36 ਸਾਲਾਂ ਦੀ ਹੈ। ਕੱਦ ਇਸ ਦਾ 5 ਫੁੱਟ 7 ਇੰਚ ਹੈ।
ਯੂਨੀਵਰਸਿਟੀ ਡਿਗਰੀ ਇਹਦੇ ਕੋਲ ਜਿਹੜੀ ਕਿ BC ਗਵਰਨਮੈਂਟ ਪਲੈਨਿੰਗ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੀ ਹੈ, ਗਵਰਨਮੈਂਟ ਦੀ ਜੌਬ ਹੈ ਇਹਦੀ। ਲੜਕਾ ਲੋਅਰ ਮੇਨਲੈਂਡ ਦੇ ਵਿੱਚ ਜਾਂ ਫਰੇਜ਼ਰ ਵੈਲੀ ਦੇ ਵਿੱਚ ਹੋਵੇ, ਕੈਨੇਡੀਅਨ ਬੋਰਨ ਹੋਵੇ ਤੇ ਪੜ੍ਹਿਆ ਲਿਖਿਆ, ਨਸ਼ਿਆਂ ਤੋਂ ਰਹਿਤ ਹੋਵੇ। ਇਹ ਹੈ ਜੀ ਰੈਫਰੈਂਸ ਨੰਬਰ 160 ਦੀ ਮੰਗ। ਰੈਫਰੈਂਸ ਨੰਬਰ 161 161 ਇਹ ਜੱਟ ਸਿੱਖ ਪਰਿਵਾਰ ਦੀ ਕੈਨੇਡੀਅਨ ਬੋਰਨ ਲੜਕੀ ਜਿਸ ਦੀ ਉਮਰ 30 ਸਾਲ ਹੈ, ਕੱਦ 5 ਫੁੱਟ 5 ਇੰਚ ਹੈ, ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ, ਬਹੁਤ ਜਲਦੀ ਇੱਕ ਡਾਕਟਰ ਬਣ ਜਾਏਗੀ। ਲੜਕਾ ਲੋਅਰ ਮੇਨਲੈਂਡ ਦੇ ਵਿੱਚ ਹੋਵੇ, ਲੋਅਰ ਡਾਕਟਰ ਜਾਂ ਡੈਂਟਿਸਟ ਹੋਵੇ, ਕੈਨੇਡੀਅਨ ਬੋਰਨ ਹੋਵੇ, ਨਸ਼ਿਆਂ ਤੋਂ ਰਹਿਤ ਹੋਵੇ, ਚੰਗੇ ਪਰਿਵਾਰ ਦਾ ਐਜੂਕੇਟਡ ਲੜਕਾ ਹੋਵੇ। ਅਗਲਾ ਰੈਫਰੈਂਸ ਹੈ ਜੀ ਰੈਫਰੈਂਸ ਨੰਬਰ 162। ਇਹ ਜੱਟ ਸਿੱਖ ਪਰਿਵਾਰ ਦਾ ਕੈਨੇਡੀਅਨ ਬੋਰਨ ਲੜਕਾ, 24 ਸਾਲ ਦੀ ਉਮਰ ਹੈ, ਕੱਦ 6 ਫੁੱਟ ਹੈ, ਡਿਗਰੀ ਬੈਚਲਰ ਆਫ ਬਿਜ਼ਨਸ ਦੇ ਵਿੱਚ ਲਈ ਹੋਈ ਹੈ, ਇੱਕ ਵਧੀਆ ਕੰਪਨੀ ਦੇ ਨਾਲ ਕੰਮ ਕਰ ਰਿਹਾ ਹੈ ਤੇ ਲੜਕੀ ਲੋਅਰ ਮੇਨਲੈਂਡ ਦੇ ਵਿੱਚ ਹੀ ਹੋਵੇ। ਕੈਨੇਡੀਅਨ ਬੋਰਨ ਲੜਕੀ ਨੂੰ ਪਹਿਲ ਦਿੱਤੀ ਜਾਏਗੀ। ਰੈਫਰੈਂਸ ਨੰਬਰ 163। ਇਹ ਜੱਟ ਸਿੱਖ ਪਰਿਵਾਰ ਦਾ ਲੜਕਾ ਜੋ ਪਿਛਲੇ 10 ਸਾਲਾਂ ਤੋਂ ਕੈਨੇਡਾ ਵਿੱਚ ਹੈ। ਲੜਕਾ 27 ਸਾਲ ਦੀ ਉਮਰ ਦਾ ਹੈ ਤੇ ਉਸ ਦਾ ਕੱਦ 5 ਫੁੱਟ 8 ਇੰਚ ਹੈ। ਇਲੈਕਟ੍ਰੀਸ਼ੀਅਨ ਦਾ ਕੰਮ ਕਰ ਰਿਹਾ ਹੈ, ਕੈਨੇਡਾ ਦਾ PR ਹੈ, ਵੈਜੀਟੇਰੀਅਨ ਅਤੇ ਡਰਿੰਕ ਵੀ ਨਹੀਂ ਕਰਦਾ, ਕਲੀਨ ਸ਼ੇਵ ਲੜਕਾ ਹੈ। ਲੜਕੀ ਲੋਅਰ ਮੇਨਲੈਂਡ ਦੇ ਵਿੱਚ ਹੋਵੇ। ਜੇਕਰ ਲੜਕੀ ਸਟੂਡੈਂਟ ਆਈ ਹੋਈ ਹੈ ਜਾਂ ਵਰਕ ਪਰਮਿਟ 'ਤੇ ਆਈ ਹੋਈ, ਉਹਦੇ ਬਾਰੇ ਸੋਚਿਆ ਜਾ ਸਕਦਾ ਹੈ। ਅਗਲਾ ਹੈ ਜੀ ਰੈਫਰੈਂਸ ਨੰਬਰ 164। ਇਹ ਰਾਮਕਲੀਆ ਪਰਿਵਾਰ ਦਾ ਲੜਕਾ ਜੋ ਕਿ 2012 ਤੋਂ ਲੈ ਕੇ ਹੁਣ ਤੱਕ ਕੈਨੇਡਾ ਦੇ ਵਿੱਚ ਹੈ, ਕੈਨੇਡਾ ਦਾ PR ਹੈ। ਲੜਕਾ 32 ਸਾਲ ਦੀ ਉਮਰ ਹੈ ਤੇ ਕੱਦ 5 ਫੁੱਟ 11 ਇੰਚ ਹੈ। ਕੈਨੇਡਾ ਤੋਂ ਹੀ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਤੇ ਇੱਕ ਵਧੀਆ ਕੰਪਨੀ ਦੇ ਨਾਲ ਕੰਮ ਕਰ ਰਿਹਾ ਹੈ। ਲੜਕੀ ਇੱਥੇ ਕੈਨੇਡਾ ਦੇ ਵਿੱਚ ਹੀ ਪੜ੍ਹੀ ਲਿਖੀ ਤੇ ਪਰਿਵਾਰਕ ਹੋਵੇ। ਅਗਲਾ ਜੀ ਰੈਫਰੈਂਸ ਨੰਬਰ 165। ਜੱਟ ਸਿੱਖ ਪਰਿਵਾਰ ਦੀ ਕੈਨੇਡੀਅਨ ਬੋਰਨ ਲੜਕੀ, ਉਮਰ ਉਹਦੀ 32 ਸਾਲ ਹੈ, ਕੱਦ 5 ਫੁੱਟ 5 ਇੰਚ ਹੈ, ਨਰਸਿੰਗ ਵਿੱਚ ਮਾਸਟਰ ਕੀਤੀ ਹੋਈ ਹੈ ਤੇ ਵਧੀਆ ਜੌਬ ਕਰ ਰਹੀ ਹੈ, ਗਵਰਨਮੈਂਟ ਜੌਬ ਕਰ ਰਹੀ ਹੈ ਇਸ ਵੇਲੇ। ਲੜਕਾ ਲੋਅਰ ਮੇਨਲੈਂਡ ਦੇ ਵਿੱਚ ਹੀ ਹੋਵੇ ਤੇ ਡਿਗਰੀ ਹੋਲਡਰ ਹੋਣਾ ਬਹੁਤ ਜ਼ਰੂਰੀ ਹੈ, ਨਾਲ ਹੀ ਇਹ ਨਸ਼ਿਆਂ ਤੋਂ ਰਹਿਤ ਹੋਵੇ। ਅਗਲਾ ਹੈ ਜੀ ਰੈਫਰੈਂਸ ਨੰਬਰ 166। ਇਹ ਜੱਟ ਸਿੱਖ ਪਰਿਵਾਰ ਦਾ ਕੈਨੇਡੀਅਨ ਬੋਰਨ ਲੜਕਾ 29 ਸਾਲਾਂ ਦਾ ਹੈ ਤੇ 29 ਈਅਰ ਓਲਡ, ਕੱਦ ਉਹਦਾ 6 ਫੀਟ 2 ਇੰਚਜ਼ ਹੈ ਤੇ ਡਾਕਟਰ ਆਫ ਮੈਡੀਸਨ। ਇਹਨਾਂ ਨੂੰ ਵੀ ਲੜਕੀ ਕੈਨੇਡਾ ਦੀ ਬੋਰਨ ਹੀ ਚਾਹੀਦੀ ਹੈ, ਲੋਅਰ ਮੇਨਲੈਂਡ ਦੇ ਵਿੱਚ ਹੋਵੇ। ਲੜਕੀ ਵੀ ਜੇ ਡਾਕਟਰੀ ਦੇ ਵਿੱਚ ਹੋਵੇ ਜਾਂ ਹੈਲਥ ਕੇਅਰ ਦੇ ਵਿੱਚ ਹੋਵੇ ਤਾਂ ਉਹਦੇ 'ਤੇ ਸੋਚਿਆ ਜਾ ਸਕਦਾ ਹੈ। ਅਗੇਨ ਕੈਨੇਡੀਅਨ ਬੋਰਨ ਤੇ ਲੋਅਰ ਮੇਨਲੈਂਡ ਦੇ ਵਿੱਚ ਹੀ ਲੜਕੀ ਹੋਵੇ। ਲੈਣੇ ਇੱਕ ਬ੍ਰੇਕ, ਹੁਣੇ ਗਏ ਹੁਣੇ ਵਾਪਸ ਆਏ। ਇੱਕ ਵਾਰ ਫਿਰ ਜੀ ਆਏ ਕਹਿੰਦੇ ਪ੍ਰੋਗਰਾਮ ਦੇ ਵਿੱਚ ਤੇ ਰਿਸ਼ਤੇ ਹੀ ਰਿਸ਼ਤੇ ਸੈਗਮੈਂਟ ਚੱਲ ਰਿਹਾ, ਜਿਹਦੇ ਵਿੱਚ ਤੁਹਾਨੂੰ ਥੋੜ੍ਹੇ ਜਿਹੇ ਹੋਰ ਰਿਸ਼ਤਿਆਂ ਬਾਰੇ ਦੱਸਦੇ ਹਾਂ ਜੀ। ਰੈਫਰੈਂਸ ਨੰਬਰ 167 167। ਇਹ ਜੱਟ ਸਿੱਖ ਪਰਿਵਾਰ ਦਾ ਕੈਨੇਡੀਅਨ ਬੋਰਨ ਲੜਕਾ ਹੈ ਜੀ, 40 ਸਾਲ ਦੀ ਇਸ ਦੀ ਉਮਰ ਹੈ ਤੇ ਕੱਦ 6 ਫੁੱਟ 4 ਇੰਚ ਹੈ। ਡਿਵੋਰਸੀ ਹੈ, ਬੱਚਾ ਕੋਈ ਨਹੀਂ ਆ। ਇਹ ਵੀ ਗਵਰਨਮੈਂਟ ਜੌਬ ਕਰ ਰਿਹਾ ਹੈ, ਸਿਟੀ ਦੇ ਲਈ ਕੰਮ ਕਰ ਰਿਹਾ ਹੈ ਤੇ ਲੜਕੀ ਜਿਹੜੀ ਹੈ ਵੈਨਕੂਵਰ ਆਈਲੈਂਡ 'ਤੇ ਹੋਵੇ। ਇਹਨਾਂ ਵੱਲੋਂ ਇਹ ਮੰਗ ਹੈ ਜਾਂ ਫਿਰ ਮੂਵ ਹੋ ਸਕਦੀ ਹੋਵੇ। ਤੇ ਇਸ ਪਰਿਵਾਰ ਨੇ ਇੱਕ ਦੋ ਹੋਰ ਗੱਲਾਂ ਨੇ, ਜਿਹੜੀ ਕਿ ਲੜਕੀ ਭਲੀ ਮਾਨਸ ਪਰਿਵਾਰਿਕ ਹੋਵੇ, ਕੈਨੇਡੀਅਨ ਬੋਰਨ ਹੋਵੇ ਜਾਂ ਬਹੁਤ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੀ ਹੋਵੇ। ਇਹ ਰੈਫਰੈਂਸ ਨੰਬਰ 167 ਵਾਲਿਆਂ ਦੀ ਮੰਗ ਹੈ। ਅਗਲਾ ਹੈ ਜੀ ਰੈਫਰੈਂਸ ਨੰਬਰ 168। ਜੱਟ ਸਿੱਖ ਪਰਿਵਾਰ ਦਾ ਕੈਨੇਡੀਅਨ ਬੋਰਨ ਲੜਕਾ ਜਿਸ ਦੀ ਉਮਰ 49 ਈਅਰਸ ਓਲਡ ਹੋ ਗਈ ਹੈ, 49 ਸਾਲਾਂ ਦਾ ਹੋ ਗਿਆ, ਡਾਇਵੋਰਸੀ ਹੈ, ਬੱਚਾ ਕੋਈ ਨਹੀਂ ਹੈ, ਕੱਦ 6 ਫੁੱਟ 1 ਇੰਚ ਹੈ, ਇੱਕ ਵਧੀਆ ਕੰਪਨੀ ਦੇ ਨਾਲ ਕੰਮ ਕਰਦਾ ਹੈ ਤੇ ਲੜਕੀ ਕੈਨੇਡੀਅਨ ਹੋਵੇ ਜਾਂ ਛੋਟੀ ਹੁੰਦੀ ਹੋਈ ਕੈਨੇਡਾ 'ਚ ਆਈ ਹੋਵੇ। ਡਾਇਵੋਰਸੀ ਬਾਰੇ ਵੀ ਸੋਚਿਆ ਜਾ ਸਕਦਾ ਬੱਚੇ ਤੋਂ ਬਿਨਾਂ। ਰੈਫਰੈਂਸ ਨੰਬਰ 168 ਦੀ ਇਹ ਮੰਗ ਹੈ। ਰੈਫਰੈਂਸ ਨੰਬਰ 169। ਜੱਟ ਸਿੱਖ ਪਰਿਵਾਰ ਦਾ ਕੈਨੇਡੀਅਨ ਬੋਰਨ ਲੜਕਾ, ਉਮਰ 34 ਈਅਰ ਓਲਡ ਹੈ, ਕੱਦ 6 ਫੁੱਟ 2 ਇੰਚ ਹੈ, ਕੰਪਿਊਟਰ ਸਾਇੰਸ ਦੇ ਵਿੱਚ ਡਿਗਰੀ ਲਈ ਹੋਈ ਹੈ ਤੇ ਅੱਜ ਕੱਲ੍ਹ ਫੈਡਰਲ ਗਵਰਨਮੈਂਟ ਦੇ ਵਿੱਚ ਜੌਬ ਕਰ ਰਿਹਾ ਹੈ। ਇਹਨਾਂ ਨੂੰ ਵੀ ਲੜਕੀ ਆਈਲੈਂਡ 'ਤੇ ਹੀ ਹੋਵੇ ਜਾਂ ਫਿਰ ਆਈਲੈਂਡ 'ਤੇ ਮੂਵ ਹੋ ਸਕਦੀ ਹੋਵੇ। ਵਿਕਟੋਰੀਆ, ਡੰਕਨ, ਨਾਈਮੋ, ਪੋਰਟਲ ਵਰਨੀ, ਇਹਨਾਂ ਸ਼ਹਿਰਾਂ ਦੇ ਵਿੱਚ ਮੂਵ ਹੋ ਸਕਦੀ ਹੋਵੇ ਲੜਕੀ।
ਅਗਲੇ ਜੀ ਸਾਡੇ ਕੋਲ ਰੈਫਰੈਂਸ ਨੰਬਰ 170। ਇਹ ਇੱਕ ਜੱਟ ਸਿੱਖ ਪਰਿਵਾਰ ਦਾ ਕੈਨੇਡੀਅਨ ਬੋਰਨ ਲੜਕਾ ਹੈ, 32 ਈਅਰ 올ਡ ਹੈ ਤੇ ਕੱਦ 5 ਫੁੱਟ 11 ਇੰਚ ਹੈ। ਇੱਕ ਵਧੀਆ ਕੰਪਨੀ ਦੇ ਵਿੱਚ ਕੰਮ ਕਰਦਾ ਆ ਤੇ ਲੜਕੀ ਕੈਨੇਡੀਅਨ ਬੋਰਨ ਹੋਵੇ ਜਾਂ ਛੋਟੀ ਹੁੰਦੀ ਆਈ ਹੋਵੇ, ਲੋਅਰ ਮੇਨਲੈਂਡ ਦੇ ਵਿੱਚ ਹੀ ਹੋਵੇ। ਇਸ ਦੇ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਇਹ ਜਿੰਨੇ ਵੀ ਰਿਸ਼ਤੇ ਹੁਣ ਦੱਸੇ ਨੇ, ਇਹ ਜਨਵਰੀ ਦੀ ਐਂਡ ਤੱਕ ਇਹ ਚੱਲਣੇ ਨੇ ਤੇ ਇਹਨਾਂ ਦੇ ਬਾਰੇ 'ਚ ਤੁਸੀਂ ਅਗਰ ਗੱਲ ਕਰਨੀ ਆ ਤਾਂ ਦਿੱਤੇ ਹੋਏ ਫ਼ੋਨ ਨੰਬਰ 'ਤੇ ਫ਼ੋਨ ਕਰ ਸਕਦੇ ਹੋ। ਅਸੀਂ ਤੁਹਾਡੀ ਜਾਣਕਾਰੀ ਤੁਹਾਡੇ ਕੋਲੋਂ ਲੈ ਕੇ ਕਿ ਤੁਹਾਡੀ ਬੇਟੀ ਜਾਂ ਜਿਹਦੇ ਵਾਸਤੇ ਤੁਸੀਂ ਪਤਾ ਕਰ ਰਹੇ ਹੋ ਜਾਂ ਬੇਟਾ ਆ, ਉਹਦੀ ਜਾਣਕਾਰੀ ਦੇ ਕੇ ਫਿਰ ਜੇ ਸਾਨੂੰ ਲੱਗੇਗਾ ਕਿ ਇਹ ਮੈਚ ਠੀਕ ਹੈ ਤੇ ਫਿਰ ਅਸੀਂ ਅਗਾਂਹ ਗੱਲ ਨੂੰ ਵਧਾ ਸਕਦੇ ਹਾਂ। ਇਸ ਦੇ ਨਾਲ ਹੀ ਸਾਨੂੰ ਬਹੁਤ ਸਾਰੇ ਭੈਣਾਂ ਭਰਾਵਾਂ ਦੇ ਜਿਹੜੇ ਕਿ ਮੈਚਿਓਰ ਨੇ, ਭਾਵ 올ਡਰ ਨੇ, ਉਹਨਾਂ ਦੇ ਫੋਨ ਕਾਲਸ ਆਉਂਦੀਆਂ ਨੇ। ਕੁਛ ਕੁ ਜਿਸ ਤਰ੍ਹਾਂ ਔਰਤਾਂ ਵੀ ਜਿਹੜੀਆਂ ਵਿਡੋ ਹੋ ਜਾਂਦੀਆਂ ਨੇ, ਹੁਣ ਉਹਨਾਂ ਦੇ ਬੱਚੇ ਆਪੋ ਆਪਣੇ ਥਾਵਾਂ 'ਤੇ ਨੇ, ਸੈਟਲ ਨੇ ਤੇ ਉਹ ਚਾਹੁੰਦੇ ਨੇ ਕਿ ਮਾਂ ਕੋਈ ਸਾਥੀ ਲੱਭ ਲਵੇ। ਇਸੇ ਤਰ੍ਹਾਂ ਸਾਡੇ ਜਿਹੜੇ ਵੀਰ ਨੇ, ਵਡੇਰੀ ਉਮਰ ਦੇ ਨੇ, ਇਕੱਲੇ ਰਹਿ ਗਏ ਹੋਏ ਨੇ। ਹੁਣ ਜਦੋਂ ਕਰੋਨਾ ਦਾ ਟਾਈਮ ਸੀ ਉਹਦੇ ਵਿੱਚ ਹੁਣ ਬਹੁਤ ਜ਼ਿਆਦਾ ਇਕੱਲੇ ਹੋਣ ਕਰਕੇ ਉਹਨਾਂ ਵੱਲੋਂ ਵੀ ਸਾਡੇ ਨਾਲ ਰਾਬਤਾ ਪੈਦਾ ਕੀਤਾ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਭੈਣ ਜੀ ਸਾਨੂੰ ਵੀ ਕੋਈ ਕੰਪੈਨੀਅਨ ਲੱਭ ਕੇ ਦਿਓ। ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਕਿਸੇ ਦੇ ਰਿਸ਼ਤੇ ਬਾਰੇ ਤੁਸੀਂ ਗੱਲ ਕਰਨੀ ਆ ਜਾਂ ਕੰਪੈਨੀਅਨ ਦੀ ਗੱਲ ਕਰਨੀ ਆ, ਉਹ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਇਹਦੇ ਨਾਲ ਹੀ ਜਿਹੜੇ ਵੀ ਇਹ ਅਜੇ ਅਸੀਂ ਇੰਡੀਆ ਤੋਂ ਜਾਂ ਹੋਰਾਂ ਮੁਲਕਾਂ ਤੋਂ ਜਿਹੜੇ ਰਿਸ਼ਤੇ ਆ ਉਹਨਾਂ ਦੀਆਂ ਜਿਹੜੀਆਂ ਐਡਸ ਨੇ ਅਸੀਂ ਨਹੀਂ ਲੈ ਰਹੇ, ਉਹਨਾਂ ਦੇ ਮੈਸੇਜ ਅਸੀਂ ਨਹੀਂ ਲੈ ਰਹੇ। ਆਉਣ ਵਾਲੇ ਸਮੇਂ ਵਿੱਚ ਉਹ ਵੀ ਅਸੀਂ ਸ਼ੁਰੂ ਕਰਾਂਗੇ, ਕਿਉਂਕਿ ਬਹੁਤ ਸਾਰੀਆਂ ਕਾਲਸ ਇਸ ਤਰ੍ਹਾਂ ਹੁੰਦੀਆਂ ਨੇ ਕਿ ਸਾਡਾ ਭੈਣ ਜੀ ਮੁੰਡਾ ਇੰਡੀਆ ਦੇ ਵਿੱਚ ਆ, ਸਾਡੀ ਕੁੜੀ ਇੰਡੀਆ ਦੇ ਵਿੱਚ ਆ। ਅਸੀਂ ਜ਼ਰੂਰ ਆਪਣੇ ਬਾਕੀ ਸਾਥੀਆਂ ਦੇ ਨਾਲ ਗੱਲ ਕਰਕੇ, ਆਪਣੀ ਟੀਮ ਦੇ ਸਾਰੇ ਮੈਂਬਰਾਂ ਨਾਲ ਗੱਲ ਕਰਕੇ ਇਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਕਰਾਂਗੇ। ਇਹਦੇ ਨਾਲ ਨਾਲ ਜਦੋਂ ਅਸੀਂ ਸਫ਼ਰ ਜ਼ਿੰਦਗੀ ਦੀ ਗੱਲ ਕਰਦੇ ਹਾਂ, ਕਿਸੇ ਨਾ ਕਿਸੇ ਸ਼ਖਸ ਨੂੰ ਲਿਆ ਕੇ ਉਹਨਾਂ ਦਾ ਸਫ਼ਰ ਜ਼ਿੰਦਗੀ ਦਾ ਕਿਵੇਂ ਬੀਤ ਰਿਹਾ ਹੈ ਕੈਨੇਡਾ ਦੇ ਵਿੱਚ, ਉਹਦੇ 'ਤੇ ਗੱਲ ਕਰਦੇ ਹਾਂ। ਆਉਣ ਵਾਲੇ ਦਿਨਾਂ ਵਿੱਚ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਵਾਂਗੇ। ਬਹੁਤ ਸਾਰੇ ਸਾਡੇ ਕੋਲ ਇਸ ਵੇਲੇ ਮਸਲੇ ਨੇ ਜਿਨ੍ਹਾਂ 'ਤੇ ਗੱਲ ਕਰਨੀ ਚਾਹੁੰਦੇ ਹਾਂ। ਇੱਕ ਪਿਛਲੇ ਦਿਨੀ ਜਦੋਂ ਨਵੰਬਰ ਦੇ ਵਿੱਚ BC ਦੇ ਵਿੱਚ ਹੜ੍ਹ ਆਏ, ਮਡ ਸਲਾਈਡਸ ਹੋਈਆਂ, ਹਾਈਵੇ ਟੁੱਟ ਗਏ, ਸਾਡੇ ਟਰੱਕਰ ਵੀਰ ਰਾਹਾਂ ਦੇ ਵਿੱਚ ਫਸ ਗਏ, ਸਾਡੇ ਆਮ ਜਨਤਾ ਜਿਹੜੀ ਕਿ ਟਰੈਵਲ ਕਰ ਰਹੇ ਸਨ ਉਹ ਵੀ ਉੱਥੇ ਫਸ ਗਏ। ਬੜੀ ਮੁਸ਼ਕਿਲ ਦੇ ਨਾਲ ਕਈ ਦਿਨਾਂ ਬਾਅਦ ਜਦੋਂ ਉਹਨਾਂ ਥਾਵਾਂ ਤੋਂ ਉਹਨਾਂ ਨੂੰ ਕੱਢਿਆ ਗਿਆ। ਬਹੁਤ ਸਾਰੇ ਸਾਡੇ ਅਜਿਹੇ ਪਰਿਵਾਰ ਵੀ ਨੇ ਜਿਹੜੇ ਫਾਰਮਿੰਗ ਦਾ ਕੰਮ ਕਰਦੇ ਨੇ, ਇਕੱਲੇ ਐਬਸਫੋਰਡ ਦੇ ਵਿੱਚ ਹੀ ਨਹੀਂ, ਜਿਸ ਤਰ੍ਹਾਂ ਕਿ ਓਲੀਵਰ ਦੇ ਵਿੱਚ ਨੇ, ਉਹਦੇ ਨਾਲ ਨਾਲ ਕਲੋਨਾ, ਪੈਂਟਿਕਟਨ ਤੇ ਹੋਰ ਹਿੱਸਿਆਂ ਦੇ ਵਿੱਚ ਜਿਹੜੇ ਕੰਮ ਕਰਦੇ ਨੇ। ਮੇਰਠ ਦਾ ਦੇਖ ਲਓ ਕੀ ਹਾਲ ਹੋ ਗਿਆ ਸੀ, ਮੇਰਠ ਪੂਰੇ ਦਾ ਪੂਰਾ ਸ਼ਹਿਰ ਪਾਣੀ ਵਿੱਚ ਡੁੱਬ ਗਿਆ ਸੀ। ਜਿਹੜੇ ਸਾਡੇ ਫਾਰਮਰਸ ਨੇ ਉਹਨਾਂ ਨੇ ਕਈ ਵਰ੍ਹੇ ਲਾ ਕੇ, ਕਈ ਦਹਾਕੇ ਲਾ ਕੇ ਜੋ ਖੱਟਿਆ ਕਮਾਇਆ ਸੀ ਉਹ ਸਾਰਾ ਹੀ ਇਹਨਾਂ ਪਾਣੀਆਂ ਵਿੱਚ ਰੁੜ ਗਿਆ। ਇਹ ਜੋ ਇੱਥੇ ਆਪਣੇ ਐਬਸਫੋਰਡ ਦੇ ਵਿੱਚ ਡਾਈਕ ਦਾ ਬੰਨ੍ਹ ਟੁੱਟਣ 'ਤੇ ਜਿਹੜਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਚਲਾ ਗਿਆ, ਫਾਰਮ ਤਾਂ ਬਿਲਕੁਲ ਜਿਹੜੇ ਸੀ ਪਾਣੀ ਦੇ ਵਿੱਚ ਡੁੱਬ ਗਏ ਸਨ। ਜਿਹੜੀ ਬਲੂਬੈਰੀ ਉਹ ਬਿਲਕੁਲ ਦਿਖਾਈ ਨਹੀਂ ਦੇ ਰਹੀ ਸੀ ਵੀ ਕਦੀ ਇਸ ਫਾਰਮ ਦੇ ਉੱਤੇ ਕਦੀ ਬਲੂਬੈਰੀ ਦੇ ਬੂਟੇ ਵੀ ਸਨ, ਕਿੰਨੇ ਉੱਚੇ ਦੇਖ ਲਓ ਹੁੰਦੇ ਨੇ। ਫਿਰ ਵੀ ਇਸੇ ਹੀ ਤਰ੍ਹਾਂ ਬਹੁਤ ਸਾਰੇ ਜਿਹੜੇ ਘਰ ਸਨ, ਨਵੇਂ ਬਣੇ ਹੋਏ ਘਰ, ਜਿਨ੍ਹਾਂ ਨੂੰ ਇਹ ਵੀ ਸੁਣਨ 'ਤੇ ਵਿੱਚ ਆਇਆ ਆ, ਅਸੀਂ ਕਈ ਥਾਵਾਂ ਤੋਂ ਪਤਾ ਵੀ ਕੀਤਾ ਆ, ਘਰ ਥੋੜ੍ਹੀ ਉੱਚੀ ਜਗ੍ਹਾ ਦੇ ਉੱਤੇ ਬਣਾਏ ਜਾਂਦੇ ਨੇ। ਜਿਹੜੇ ਫਾਰਮ ਹਾਊਸ ਹੁੰਦੇ ਨੇ ਉਹਨਾਂ ਦੇ ਜਿਹੜੇ ਘਰ ਨੇ ਉਹ ਕਈ 4 ਫੁੱਟ 6 ਫੁੱਟ ਉੱਚੀ ਜਗ੍ਹਾ 'ਤੇ ਬਣਾਏ ਜਾਂਦੇ, ਉਹਨਾਂ ਦੇ ਵਿੱਚ ਵੀ ਪਾਣੀ ਚਲਾ ਗਿਆ। ਸਾਰੇ ਦੇ ਸਾਰੇ ਉਹ ਘਰਾਂ ਦੇ ਵਿੱਚ ਜੋ ਵੀ ਸੀ ਨੁਕਸਾਨਿਆ ਗਿਆ। ਇਹਨੂੰ ਕਿਸੇ ਤਰ੍ਹਾਂ ਵੀ ਲੈ ਲਈਏ, ਚਾਹੇ ਰੱਬ ਦਾ ਕਹਿਰ ਕਹਿ ਲਈਏ, ਚਾਹੇ ਹਾਲਾਤ ਅਜਿਹੇ ਬਣ ਗਏ ਡਾਈਕ ਦੇ ਟੁੱਟਣ ਦੇ ਨਾਲ ਵੀ ਤੇ ਬਾਰਿਸ਼ ਦੇ ਨਾਲ ਵੀ, ਮਡ ਸਲਾਈਡਸ ਹੋਣ ਦੇ ਨਾਲ ਵੀ ਬਹੁਤ ਨੁਕਸਾਨ ਹੋਇਆ। ਫਿਰ ਕਹਿੰਦੇ ਆ ਕਿ ਜਿਹੜਾ ਜਾਨੀ ਨੁਕਸਾਨ ਹੈ, ਮੌਤਾਂ ਕੁਛ ਕੁ ਹੋਈਆਂ ਨੇ ਤੇ ਪਰ ਫਿਰ ਵੀ ਥੋੜ੍ਹਾ ਬਹੁਤਾ ਬਚਾਅ ਇਸ ਪੱਖੋਂ ਜ਼ਰੂਰ ਹੋ ਗਿਆ। ਸਾਨੂੰ ਰਲ ਮਿਲ ਕੇ ਉਹਨਾਂ ਭੈਣਾਂ ਭਰਾਵਾਂ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਹੈ
ਜਿਨ੍ਹਾਂ ਨੇ ਆਪਣਾ ਸਭ ਕੁਝ ਇਹਨਾਂ ਹੜ੍ਹਾਂ ਦੇ ਵਿੱਚ ਗਵਾ ਲਿਆ। ਬੇਸ਼ੱਕ ਸਾਡੇ ਜੋ ਸਪੋਰਟਰਸ ਨੇ, ਸਾਡੇ ਤੇਜਾ ਫੂਡਸ ਵਾਲੇ, ਉਹਨਾਂ ਨੇ ਪੂਰੇ ਦਾ ਪੂਰਾ ਕੰਟੇਨਰ ਜਿਹੜਾ ਗਰੋਸਰੀ ਦਾ ਪਹੁੰਚਦਾ ਕੀਤਾ ਉਹਨਾਂ ਥਾਵਾਂ 'ਤੇ ਜਿੱਥੇ ਇਹ ਹੜ੍ਹਾਂ ਦੀ ਸਥਿਤੀ ਆਈ ਹੋਈ ਸੀ। ਜਿਨ੍ਹਾਂ ਦਿਨਾਂ ਦੇ ਵਿੱਚ ਲੰਗਰ ਲਾਏ ਗਏ। ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਮਦਦ ਕੀਤੀ, ਬਹੁਤ ਸਾਰੇ ਗੁਰੂ ਘਰਾਂ ਨੇ ਮਦਦ ਕੀਤੀ। ਬਹੁਤ ਸਾਰੇ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਆਪਣੇ ਤੌਰ ਉੱਤੇ, ਪਰਸਨਲ ਤੌਰ ਉੱਤੇ ਨਿੱਘੇ ਕੱਪੜੇ, ਗਰਮ ਕੱਪੜੇ, ਬਲੈਂਕਟ, ਇਹੋ ਜਿਹੀਆਂ ਚੀਜ਼ਾਂ ਵੀ ਦਿੱਤੀਆਂ, ਕਿਉਂਕਿ ਘਰੋਂ ਬੇਘਰ ਹੋ ਗਏ ਲੋਕ। ਸਾਨੂੰ ਇਹਨਾਂ ਆਫਤਾਂ ਦੇ ਨਾਲ ਜਿਹੜਾ ਸਿੱਝਣ ਦੇ ਲਈ ਕੋਈ ਨਾ ਕੋਈ ਉਪਰਾਲੇ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਇਹ ਵੀ ਚਾਹੀਦਾ ਹੈ ਕਿ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਹੈ। ਉਸ ਦੇ ਲਈ ਆਪਣੇ ਕੋਲ ਉਹਨਾਂ ਕੁ ਸਮਾਨ ਜ਼ਰੂਰ ਰੱਖੀਏ। ਨਾਲ ਹੀ ਨਾਲ ਜੇਕਰ ਤੁਸੀਂ ਟਰੈਵਲ ਕਰ ਰਹੇ ਹੋ, ਕਿਸੇ ਪਾਸੇ ਨੂੰ ਵੀ ਜਾ ਰਹੇ ਹੋ, ਭਾਵੇਂ ਕੁਛ ਘੰਟਿਆਂ ਦੀ ਡਰਾਈਵ ਹੋਵੇ, ਤਾਂ ਤੁਸੀਂ ਇਹ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿ ਆਪਣੀ ਕਾਰ ਦੇ ਵਿੱਚ ਨਾਲ ਥੋੜ੍ਹਾ ਬਹੁਤਾ ਅਜਿਹਾ ਸਮਾਨ ਜ਼ਰੂਰ ਰੱਖੋ। ਜੇ ਕਿਤੇ ਤੁਹਾਨੂੰ ਰੱਬ ਨਾ ਕਰੇ ਕਿਤੇ ਰੁਕਣਾ ਪੈ ਜਾਵੇ, ਜ਼ਿਆਦਾ ਚਿਰ ਤੁਸੀਂ ਸਟਕ ਹੋ ਜਾਵੋ, ਤੁਹਾਡੇ ਕੋਲ ਜਿਹੜੀਆਂ ਰੈਡੀ ਚੀਜ਼ਾਂ ਹੈਗੀਆਂ ਨੇ ਖਾਣ ਵਾਸਤੇ ਵੀ, ਅਤੇ ਇਹਦੇ ਨਾਲ ਨਾਲ ਗਰਮ ਕੱਪੜੇ ਪਹਿਨਣ ਵਾਸਤੇ ਵੀ, ਐਕਸਟਰਾ ਸ਼ੂਜ਼, ਐਕਸਟਰਾ ਚੀਜ਼ਾਂ, ਐਕਸਟਰਾ ਦਵਾਈਆਂ ਲੈ ਕੇ ਨਾਲ ਤੁਰਨ ਦੀ ਲੋੜ ਹੈ। ਇਸੇ ਤਰ੍ਹਾਂ ਹੀ ਸਫ਼ਰ ਜ਼ਿੰਦਗੀ ਦਾ ਵਿੱਚ ਫਿਰ ਤੁਹਾਡੇ ਨਾਲ ਸ਼ਾਮਲ ਹੋਵਾਂਗੇ। ਆਪ ਸਭ ਨੂੰ ਸਤਿ ਸ਼੍ਰੀ ਅਕਾਲ।